ਸਤਿ ਸ਼੍ਰੀ ਅਕਾਲ ਜੀ। ਪੰਜਾਬ ਟੂਡੇ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਐਕਸਕਲੂਸਿਵ ਪ੍ਰੋਗਰਾਮ ਸਿਹਤ ਟੂਡੇ ਦੇ ਵਿੱਚ। ਅੱਜ ਦੇ ਸਾਡੇ ਸਪੈਸ਼ਲ ਗੈਸਟ ਨੇ ਡਾਕਟਰ ਆਨੰਦ ਜਿੰਦਲ, ਆਰਥੋਪੈਡਿਕ ਸਰਜਨ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਬਹੁਤ ਸਵਾਗਤ ਤੁਹਾਡਾ ਸਾਡੇ ਸ਼ੋਅ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ ਮੈਮ। ਸਰ ਸ਼ੁਰੂਆਤ ਕਰਦੇ ਹਾਂ, ਵਾਟ ਆਰ ਦ ਮੋਸਟ ਕਾਮਨ ਆਰਥੋਪੈਡਿਕ ਸਰਜਰੀਜ਼? ਦੇਖੋ, ਮੋਸਟ ਕਾਮਨ ਆਰਥੋਪੈਡਿਕ ਸਰਜਰੀਜ਼ ਹੈਗੀਆਂ ਟਰਾਮਾ ਸਰਜਰੀਜ਼, ਫ੍ਰੈਕਚਰ ਸਰਜਰੀਜ਼, ਦੈਨ ਹੈਗੀਆਂ ਸਾਡੀਆਂ ਨੀ ਰਿਪਲੇਸਮੈਂਟ ਸਰਜਰੀਜ਼, ਫਿਰ ਸਾਡੀਆਂ ਆ ਜਾਂਦੀਆਂ ਆਰਥੋਸਕੋਪੀ ਸਰਜਰੀਜ਼, ਜਿਹ 'ਚ ਮੋਸਟ ਕਾਮਨ ਇਜ਼ ਜਿਹੜੀ ਹੈਗੀ ਹੈ ACL ਸਰਜਰੀ, ਅਤੇ ਇਹ ਮੋਸਟ ਕਾਮਨ ਸਰਜਰੀਜ਼ ਹੈਗੀਆਂ। ਬਾਕੀ ਕੁਛ ਸਰਜਰੀਜ਼ ਹੁੰਦੀਆਂ ਸ਼ੋਲਡਰ ਦੀਆਂ ਸਰਜਰੀਜ਼ ਹੋ ਗਈਆਂ, ਐਂਕਲ ਦੀਆਂ ਸਰਜਰੀਜ਼ ਹੋ ਗਈਆਂ, ਪਰ ਬੇਸਿਕਲੀ ਸਭ ਤੋਂ ਜ਼ਿਆਦਾ ਜਿਹੜੀ ਹੈਗੀ ਕਾਮਨ ਸਰਜਰੀਜ਼ ਹੈਗੀਆਂ ਉਹ ਟਰਾਮਾ ਸਰਜਰੀਜ਼ ਹੈਗੀਆਂ ਅਤੇ ਨੀ ਰਿਪਲੇਸਮੈਂਟ ਸਰਜਰੀਜ਼ ਹੈਗੀਆਂ। ਅਤੇ ਸਰ ਬੈਨੀਫਿਟਸ ਕੀ ਨੇ ਇਹਨਾਂ ਸਰਜਰੀਜ਼ ਦੇ ਐਂਡ ਹਾਊ ਲੌਂਗ ਦੇ ਕੈਨ ਲਾਸਟ? ਬੈਨੀਫਿਟ ਐਸ ਸੱਚ ਵੀ ਆਪਾਂ ਕਹੀਏ ਫ੍ਰੈਕਚਰ ਹੋ ਗਿਆ ਤਾਂ ਮੋਰ ਦੈਨ ਬੈਨੀਫਿਟ ਸਾਡੀ ਨੈਸੈਸਿਟੀ ਹੈਗੀ ਹੈ ਸਰਜਰੀ। ਫ੍ਰੈਕਚਰ ਹੋਇਆ, ਫ੍ਰੈਕਚਰ ਜੁੜਨਾ ਹੈ, ਫ੍ਰੈਕਚਰ ਬਿਨਾਂ ਸਰਜਰੀ ਤੋਂ ਨਹੀਂ ਜੁੜੇਗਾ। ਜਦ ਤੱਕ ਆਪਾਂ ਉਸ ਫ੍ਰੈਕਚਰ ਨੂੰ ਪਲੇਟ ਨਹੀਂ ਪਾਵਾਂਗੇ ਜਾਂ ਕੋਈ ਨੇਲ ਰੋਡ ਨਹੀਂ ਪਾਵਾਂਗੇ ਉਦ ਤੱਕ ਉਹ ਫ੍ਰੈਕਚਰ ਜੁੜਦਾ ਨਹੀਂ ਹੈਗਾ। ਇਹ ਬੜੇ ਮਿਥਸ ਹੈਗੇ ਆ ਕਿ ਜੀ ਫ੍ਰੈਕਚਰ ਹੋ ਗਿਆ ਇਹ ਆਪਣੇ ਆਪ ਜੁੜ ਜਾਏਗਾ। ਕਈ ਵਾਰ ਕੀ ਹੁੰਦਾ ਹੈ ਉਹ ਜੁੜਦਾ ਨਹੀਂ ਹੈਗਾ, ਪਰ ਕਈ ਕੰਪਲੈਕਸ ਫ੍ਰੈਕਚਰਸ ਹੁੰਦੇ ਆ ਜਾਂ ਪੋਲੀਟਰਾਮਾ ਪੇਸ਼ੈਂਟਸ ਹੁੰਦੇ ਆ ਜਿਨ੍ਹਾਂ 'ਚ ਕਈ ਫ੍ਰੈਕਚਰਸ ਹੋਏ ਹੁੰਦੇ ਆ, ਉਹ ਸਾਰੇ ਫ੍ਰੈਕਚਰਸ ਪਲਸਤਰ 'ਚ ਨਹੀਂ ਹੋ ਪਾਉਂਦੇ। ਉਹਦੇ ਲਈ ਆਪਾਂ ਨੂੰ ਸਰਜਰੀ ਕਰਨੀ ਪੈਂਦੀ ਹੈ, ਅਤੇ ਉਹ ਜਿਹੜੀ ਸਰਜਰੀ ਹੈਗੀ ਹੈ ਇਨ ਫਾਰਮ ਆਫ ਜਾਂ ਤਾਂ ਪਲੇਟਸ ਹੁੰਦੀਆਂ ਹੈਗੀਆਂ ਜਾਂ ਰੋਡ ਹੁੰਦੀ ਹੈਗੀ ਹੈ, ਉਹਦੇ ਨਾਲ ਹੋ ਜਾਂਦਾ। ਔਰ ਬੇਸਿਕ ਉਹਦਾ ਬੈਨੀਫਿਟ ਇਹ ਹੈ ਕਿ ਆਪਾਂ ਸੇਮ ਡੇ ਪੇਸ਼ੈਂਟ ਨੂੰ ਚਲਾਉਣ ਲੱਗ ਜਾਂਦੇ ਹਾਂ, ਅਤੇ ਇਹ ਸਭ ਤੋਂ ਕਾਮਨ ਸਰਜਰੀ ਹੈਗੀ ਹੈ। ਫਿਰ ਆ ਜਾਂਦੇ ਆਪਾਂ ਨੀ ਰਿਪਲੇਸਮੈਂਟ ਸਰਜਰੀਜ਼ 'ਤੇ। ਨੀ ਰਿਪਲੇਸਮੈਂਟ ਸਰਜਰੀ ਇਹਨਾਂ 'ਚ ਕੀਤੀ ਜਾਂਦੀ ਹੈ ਜਿਨ੍ਹਾਂ ਦੇ ਗੋਡੇ ਖਰਾਬ ਹੋ ਜਾਂਦੇ ਆ। ਗੋਡੇ ਖਰਾਬ ਹੋ ਕੇ ਦਰਦ ਹੋਣੀ ਸ਼ੁਰੂ ਹੋ ਜਾਂਦੀ ਹੈ, ਚੱਲਣਾ ਮੁਸ਼ਕਿਲ ਹੋ ਜਾਂਦਾ ਹੈ, ਅਤੇ ਉਸ ਤੋਂ ਬਾਅਦ ਸਵੈਲਿੰਗ ਹੋ ਜਾਂਦੀ ਹੈ ਬਹੁਤ ਜ਼ਿਆਦਾ, ਅਤੇ ਪੇਸ਼ੈਂਟ ਆਲਮੋਸਟ ਵੀਲ ਚੇਅਰ 'ਤੇ ਆ ਜਾਂਦਾ ਹੈ, ਰੋਜ਼ ਦੇ ਕੰਮ ਕਰਨੇ ਮੁਸ਼ਕਿਲ ਹੋ ਜਾਂਦੇ ਹੈਗੇ, ਅਤੇ ਉਹਨਾਂ 'ਚ ਇਹ ਆਪਾਂ ਨੀ ਰਿਪਲੇਸਮੈਂਟ ਸਰਜਰੀਜ਼ 'ਤੇ ਜਾਂਦੇ ਹੈਗੇ ਆ। ਨੀ ਰਿਪਲੇਸਮੈਂਟ ਸਰਜਰੀ ਬਹੁਤ ਸਿੰਪਲ ਸਰਜਰੀ ਹੈਗੀ ਹੈ। ਇਟ ਹਾਰਡਲੀ ਟੇਕਸ 20 to 25 ਮਿੰਟਸ ਫॉर ਇੱਕ ਗੋਡੇ ਲਈ, ਅਤੇ ਦੋਨੋਂ ਗੋਡੇ ਸਾਡੇ ਜਿਹੜੇ ਹੈਗੇ ਆ 1 ਘੰਟੇ ਦੇ ਅੰਦਰ ਸਰਜਰੀ ਹੋ ਜਾਂਦੀ ਹੈ। ਐਂਡ ਪੇਸ਼ੈਂਟ ਨੂੰ ਆਪਾਂ 3 ਘੰਟੇ ਦੇ ਅੰਦਰ ਵਾਕਿੰਗ ਸ਼ੁਰੂ ਕਰਾ ਦਿੰਦੇ ਹੈਗੇ, ਅਤੇ ਪੇਸ਼ੈਂਟ ਆਪਣੀ ਰੂਟੀਨ ਲਾਈਫ 'ਚ 2 ਹਫ਼ਤਿਆਂ ਵਿੱਚ ਵਾਪਸ ਆ ਜਾਂਦਾ। ਅਤੇ ਨੀ ਰਿਪਲੇਸਮੈਂਟ ਸਰਜਰੀ ਮਤਲਬ ਇੱਕ ਬਹੁਤ ਬੜਾ ਮਿਥ ਹੈ ਕਿ ਕਰਾ ਕੇ ਪਤਾ ਨਹੀਂ ਕੀ ਹੋ ਜਾਏਗਾ, ਮੇਰਾ ਗੋਡੇ ਬਦਲੇ ਜਾਣਗੇ, ਮੇਰਾ ਕੁਛ ਹੋਏਗਾ, ਕੁਛ ਨਹੀਂ ਹੈਗਾ। ਜਸਟ ਅਸੀਂ ਕੀ ਹੁੰਦਾ ਛੋਟੀ ਜਿਹੜੀ ਕਾਰਟਿਲੇਜ ਖਰਾਬ ਹੁੰਦੀ ਹੈ ਨੀ ਉਹਦੇ ਵਿੱਚ ਆਸਟੀਓਆਰਥਰਾਈਟਿਸ ਵਿੱਚ, ਇਹਦੇ 'ਚ ਗੋਡੇ ਦੀ ਸਰਜਰੀ ਲਈ ਉਹ ਕਾਰਟਿਲੇਜ ਅਸੀਂ ਥੋੜੀ ਟ੍ਰਿਮ ਕਰਕੇ ਉਹਨੂੰ ਛਿੱਲਣਾ ਹੁੰਦਾ, ਅਤੇ ਉਹਦੇ ਉੱਪਰ ਜਿਵੇਂ ਆਪਾਂ ਦੰਦ ਦੇ ਉੱਪਰ ਕੈਪ ਸੁਣਦੇ ਹਾਂ ਕਿ ਦੰਦ ਦੇ ਉੱਪਰ ਕੈਪ ਚੜ੍ਹਦਾ ਹੈਗਾ, ਉਵੇਂ ਆਪਾਂ ਉਹਦੇ ਉੱਪਰ ਇੱਕ ਕੈਪਿੰਗ ਹੁੰਦੀ ਹੈ, ਕੈਪਿੰਗ ਹੋ ਜਾਂਦੀ ਹੈ, ਅਤੇ ਬਹੁਤ ਛੋਟਾ ਜਿਹਾ ਕੱਟ ਹੁੰਦਾ ਹੈ, ਬਲੱਡ ਲੋਸ ਬਹੁਤ ਮਿਨੀਮਮ ਹੁੰਦਾ ਹੈ, ਅਤੇ ਬੜੀ ਅਰਲੀ ਰਿਕਵਰੀ ਹੈਗੀ ਹੈ। ਬੇਸਿਕਲੀ ਸਰਜਰੀਜ਼ ਦਾ ਮਤਲਬ ਇਹੀ ਹੁੰਦਾ ਹੈ ਆਰਥੋਪੈਡਿਕਸ ਵਿੱਚ ਕਿ ਆਪਾਂ ਪੇਸ਼ੈਂਟ ਨੂੰ ਜਿਹੜਾ ਮਰੀਜ਼ ਹੈਗਾ ਉਹਨੂੰ ਆਪਾਂ ਮਰੀਜ਼ ਨਹੀਂ ਰਹਿਣ ਦੇਣਾ, ਉਹਨੂੰ ਆਪਾਂ ਜਲਦੀ ਤੋਂ ਜਲਦੀ ਚੱਲਣ ਫਿਰਨ ਲਗਾ ਦੇਣਾ ਹੈਗਾ, ਅਤੇ ਇਹੀ ਬੈਨੀਫਿਟਸ ਹੈਗੇ ਆ ਇਹ ਸਰਜਰੀਜ਼ ਦੇ। ਅਤੇ ਬਾਕੀ ਆਪਣਾ ਇਹ ਹੈਗਾ ਕਿ ਸਰਜਰੀਜ਼ ਤੋਂ ਬਿਲਕੁਲ ਘਬਰਾਉਣ ਦਾ ਕੋਈ ਨਹੀਂ ਹੈ, ਬਹੁਤ ਸਿੰਪਲ ਸਰਜਰੀਜ਼ ਹੈਗੀਆਂ ਅਤੇ ਇਹਦੇ ਬਹੁਤ ਬੈਨੀਫਿਟਸ ਹੈਗੇ ਆ। ਜੀ ਸਰ, ਨੀ ਰਿਪਲੇਸਮੈਂਟ ਦੀ ਗੱਲ ਕਰਦੇ ਹਾਂ ਕਿ ਵਾਟ ਆਰ ਦ ਅਰਲੀ ਸਾਈਨਸ ਐਂਡ ਸਿੰਪਟਮਸ, ਵੀ ਸਾਨੂੰ ਲੱਗੇ ਵੀ ਇਹਦਾ ਹੋਰ ਕੋਈ ਇਲਾਜ ਨਹੀਂ ਹੈਗਾ। ਦੇਖੋ, ਆਪਾਂ ਅਗਰ ਦੇਖੀਏ ਨੀ ਰਿਪਲੇਸਮੈਂਟ ਮੋਸਟ ਕਾਮਨਲੀ ਕਾਜ਼ ਹੈਗਾ ਆਸਟੀਓਆਰਥਰਾਈਟਿਸ, ਜਿਹਨੂੰ ਆਪਾਂ ਨਾਰਮਲ ਵੀਅਰ ਐਂਡ ਟੀਅਰ ਕਹਿੰਦੇ ਆ ਜੁਆਇੰਟ ਦਾ। ਉਹ ਨਾਰਮਲ ਵੀਅਰ ਐਂਡ ਟੀਅਰ ਵਿਦ ਏਜ ਹੁੰਦਾ ਹੈਗਾ, ਠੀਕ ਹੈ। ਅਤੇ ਦੂਸਰਾ ਇੱਕ ਕਾਰਨ ਹੈ ਗਠੀਆ, ਰੂਮੇਟਾਇਡ ਆਰਥਰਾਈਟਿਸ ਜਿਹਨੂੰ ਕਹਿੰਦੇ ਆ, ਅਤੇ ਇਹ 2 ਮੇਨ ਕਾਰਨ ਹੈਗੇ ਹੈ ਜਿਹਦੇ ਵਿੱਚ ਸਾਡਾ ਗੋਡਾ ਖਰਾਬ ਹੋਣ ਲੱਗ ਜਾਂਦਾ ਹੈ, ਉਹਦੀ ਕਾਰਟਿਲੇਜ ਡੈਮੇਜ ਹੋਣ ਲੱਗ ਜਾਂਦੀ ਹੈ, ਉਹਦੀ ਅਲਾਈਨਮੈਂਟ ਜਿਹੜੀ ਹੈਗੀ ਹੈ ਟੇਢੀ ਹੋਣ ਲੱਗ ਜਾਂਦੀ ਹੈਗੀ ਹੈ, ਚੱਲਣਾ ਮੁਸ਼ਕਿਲ ਹੋ ਜਾਂਦਾ ਹੈ। ਅਤੇ ਪਹਿਲਾ ਸਾਈਨ ਹੁੰਦਾ ਪੇਨ। ਇਹਦੇ 'ਚ ਪੇਨ ਹੋਣ ਲੱਗ ਗਿਆ, ਮੰਨ ਲਓ ਆਪਾਂ ਹਰ ਵਾਰ ਜਦੋਂ ਵੀ ਪੇਸ਼ੈਂਟ ਉੱਠ ਰਿਹਾ, ਬੰਦਾ ਉੱਠ ਰਿਹਾ ਹੈਗਾ, ਉਹਦੇ 'ਚ ਉਹਨੂੰ ਪੇਨ ਹੋਣ ਲੱਗ ਗਿਆ, ਆਪਣਾ ਰੋਜ਼ ਦੇ ਕੰਮ ਕਰਨੇ ਮੁਸ਼ਕਿਲ ਹੋ ਜਾਂਦੇ ਹੈ, ਸਾਰਾ ਦਿਨ ਪੇਨ ਰਹਿੰਦਾ ਹੈ, ਹਲਕਾ ਜਿਹਾ 500 ਮੀਟਰ ਵੀ ਨਹੀਂ ਚੱਲਿਆ ਜਾਂਦਾ, ਅਤੇ ਉਦੋਂ ਆਪਾਂ ਨੂੰ ਉਸ ਵਾਸਤੇ ਡਾਕਟਰ ਦੀ ਸਲਾਹ ਲੈ ਕੇ ਆਪਣੇ ਐਕਸਰੇ ਵਗੈਰਾ ਕਰਾ ਕੇ ਦੇਖਣਾ ਪੈਂਦਾ ਕਿ ਇਹ ਗੋਡਾ ਘਿਸਣ ਲੱਗ ਗਿਆ ਹੈ, ਗੋਡੇ ਦੀ ਸਪੇਸ ਘੱਟ ਗਈ ਹੈਗੀ ਹੈ, ਅਤੇ ਕਾਰਟਿਲੇਜ ਡੈਮੇਜ ਹੋ ਗਈ ਹੈਗੀ ਹੈ, ਅਤੇ ਫਿਰ ਸਾਨੂੰ ਇਹ ਸਰਜਰੀ ਕਰਾਉਣੀ ਪੈਂਦੀ ਹੈ। ਅਤੇ ਇਹਦੀ ਕੋਈ ਏਜ ਲਿਮਿਟ ਨਹੀਂ ਹੈਗੀ। ਯੂਜੂਅਲੀ ਜਿਹੜਾ ਹੈਗਾ ਇਹ ਆਪਣਾ ਰੂਮੇਟਾਇਡ ਆਰਥਰਾਈਟਿਸ ਇਹ ਥੋੜ੍ਹਾ ਅਰਲੀ ਏਜ 'ਚ ਆ ਜਾਂਦਾ ਹੈ। ਮੇਬੀ ਕਈ ਵਾਰ ਅਸੀਂ ਦੇਖਿਆ ਕਿ 35-40 ਸਾਲ ਦੀ ਉਮਰ 'ਚ ਵੀ ਸਾਨੂੰ ਕਈ ਵਾਰ ਗੋਡਾ ਬਦਲਣਾ ਪੈਂਦਾ। ਉਹ ਗਠੀਆ ਦੇ ਪੇਸ਼ੈਂਟ 'ਚ ਹੁੰਦਾ ਹੈਗਾ, ਉਹਦੇ 'ਚ ਯੂਜੂਅਲੀ ਬਾਡੀ ਦੇ ਬਾਕੀ ਜੁਆਇੰਟਸ ਵੀ ਇਨਵੋਲਵ ਹੁੰਦੇ ਹੈਗੇ ਆ। ਅਤੇ ਬਾਕੀ ਜਿਹੜਾ ਆਸਟੀਓਆਰਥਰਾਈਟਿਸ ਹੈ ਉਹ ਅਸੀਂ ਦੇਖਦੇ ਹਾਂ ਯੂਜੂਅਲੀ ਲੇਟ 50s ਜਾਂ ਅਰਲੀ 60s ਵਿੱਚ ਸ਼ੁਰੂ ਹੁੰਦਾ ਹੈ, ਅਤੇ ਉਹਦੇ 'ਚ ਇਹ ਆਪਾਂ ਨੀ ਰਿਪਲੇਸਮੈਂਟ ਥੋੜ੍ਹਾ ਲੇਟ ਏਜ ਵਿੱਚ ਹੁੰਦੀ ਹੈਗੀ। ਸਰ, ਇਹ ਨੀ ਆਰਥਰਾਈਟਿਸ ਹੈ, ਸਰਜਰੀ ਦੇ ਇਲਾਵਾ ਇਹਦਾ ਕੋਈ ਹੋਰ ਆਲਟਰਨੇਟ? ਦੇਖੋ, ਸਰਜਰੀ ਇਹਦਾ ਹੈ ਪ੍ਰੀਵੈਂਸ਼ਨ ਸਭ ਤੋਂ ਪਹਿਲਾਂ। ਨੀ ਆਰਥਰਾਈਟਿਸ ਜਿਹੜਾ ਹੈਗਾ ਇਹ ਹੈ ਤਾਂ ਨਾਰਮਲ ਵੀਅਰ ਐਂਡ ਟੀਅਰ ਆਫ ਬਾਡੀ,
ਪਰ ਇਹਦੇ ਕਾਰਨ ਹੁੰਦੇ ਆ, ਜਾਂ ਤਾਂ ਕਈ ਕਾਰਨ ਹੁੰਦੇ, ਇੱਕ ਤਾਂ ਗਠੀਆ ਹੈਗਾ ਜਿਹੜਾ ਆਰਥਰਾਈਟਿਸ, ਉਹ ਤਾਂ ਪ੍ਰੀਵੈਂਟੇਬਲ ਕਾਰਨ ਨਹੀਂ ਹੈ, ਇਹ ਜੇ ਗਠੀਆ ਹੋਣਾ ਹੈ ਤਾਂ ਹੋਣਾ ਹੀ ਹੈ, ਉਹਦੇ ਨਾਲ ਅਸੀਂ ਨੀ ਨੂੰ ਬਚਾ ਨਹੀਂ ਸਕਦੇ। ਦੂਸਰਾ ਜਿਹੜਾ ਹੈਗਾ ਕਾਰਨ ਉਹ ਹੈਗਾ ਆਸਟੀਓਆਰਥਰਾਈਟਿਸ, ਉਹ ਹੈ ਨਾਰਮਲ ਵੀਅਰ ਐਂਡ ਟੀਅਰ, ਉਹਨੂੰ ਅਸੀਂ ਬਚਾ ਸਕਦੇ ਹਾਂ। ਉਹਦੇ ਲਈ ਕੀ ਹੁੰਦਾ, ਇੱਕ ਤਾਂ ਸਾਨੂੰ ਰੈਗੂਲਰ ਐਕਸਰਸਾਈਜ਼ ਜ਼ਰੂਰੀ ਹੈਗੀਆਂ, ਦੂਸਰਾ ਸਾਨੂੰ ਉਹਦੇ ਲਈ ਕਿਆ ਹੈ, ਸਾਨੂੰ ਜਿਹੜਾ ਹੈਗਾ ਆਪਣੀ ਨਾਰਮਲ ਵਰਕਆਊਟ ਜਿਹੜਾ ਹੈਗਾ ਉਹ ਕਰਨਾ ਹੈ, ਆਪਣੇ ਜੁਆਇੰਟਸ ਨੂੰ ਜ਼ਿਆਦਾ ਮਿਸਯੂਜ਼ ਨਹੀਂ ਕਰਨਾ ਹੈਗਾ, ਠੀਕ ਹੈ। ਇਹ ਕੁਝ ਕਾਰਨ ਹੁੰਦੇ ਆ। ਅਤੇ ਉਹ ਇੱਕ ਜਿਹੜਾ ਵੇਟ, ਆਪਣਾ ਵੇਟ ਨਹੀਂ ਵਧਣ ਦੇਣਾ। ਅਸੀਂ ਦੇਖਿਆ ਮੋਸਟਲੀ ਜਿਹੜੇ ਪੇਸ਼ੈਂਟਸ ਸਾਡੇ ਆਸਟੀਓਆਰਥਰਾਈਟਿਸ ਦੇ ਆਉਂਦੇ ਹੈਗੇ ਆ, ਉਹਨਾਂ ਦਾ ਵੇਟ ਬਹੁਤ ਜ਼ਿਆਦਾ ਹੁੰਦਾ ਹੈ, ਠੀਕ ਹੈ। ਬਹੁਤ ਘੱਟ ਪੇਸ਼ੈਂਟਸ ਐਸੇ ਹੁੰਦੇ ਆ, 10% ਪੇਸ਼ੈਂਟ ਐਸੇ ਹੁੰਦੇ ਆ ਜਿਨ੍ਹਾਂ ਦੇ ਵੇਟ ਵੀ ਘੱਟ ਹੁੰਦਾ, ਫਿਰ ਵੀ ਹੋ ਜਾਂਦਾ, ਬਟ ਮੋਸਟ ਆਫ ਦ ਮੈਜੋਰਿਟੀ ਪੇਸ਼ੈਂਟਸ ਸਾਡਾ ਵੇਟ ਜ਼ਿਆਦਾ ਹੁੰਦਾ। ਅਸੀਂ ਦੇਖਿਆ ਕੋਈ ਫੀਮੇਲ ਪੇਸ਼ੈਂਟ ਹੈ 60+ ਹੈ, ਵੇਟ 80+ ਹੈਗਾ, ਉਹਨਾਂ 'ਚ ਅਸੀਂ ਦੇਖਿਆ ਕਿ ਜ਼ਿਆਦਾ ਹੁੰਦਾ। ਬਾਕੀ ਜੇ ਵੇਟ ਹੋਰ ਵੀ ਜ਼ਿਆਦਾ 100+ ਹੈ ਤਾਂ ਬਹੁਤ ਜ਼ਿਆਦਾ ਅਰਲੀ ਏਜ ਵੀ ਸ਼ੁਰੂ ਹੋ ਜਾਂਦਾ। ਤਾਂ ਸਾਨੂੰ ਇਹਨੂੰ ਬਚਾਉਣ ਲਈ, ਇਹਦੀ ਮਤਲਬ ਉਹੀ ਕਹਿ ਰਹੇ ਹਾਂ ਕਿ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ, ਇਟਸ ਆਲਵੇਜ਼ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ। ਤਾਂ ਅਸੀਂ ਉਹਦੀ ਪ੍ਰੀਵੈਂਸ਼ਨ ਕਰਨੀ ਹੈ, ਅਸੀਂ ਰੋਜ਼ ਐਕਸਰਸਾਈਜ਼ ਕਰਨੀ ਹੈ, ਆਪਣਾ ਵੇਟ ਠੀਕ ਰੱਖਣਾ ਹੈਗਾ, ਕੋਈ ਯੋਗਾ, ਕੋਈ ਕੁਛ ਵੀ, ਕਿਸੇ ਵੀ ਤਰ੍ਹਾਂ ਦਾ ਵਰਕਆਊਟ ਕਰਨਾ ਹੈ। ਗੋਡੇ ਦਾ ਮਿਸਯੂਜ਼ ਨਹੀਂ ਕਰਨਾ ਕਿ ਆਪਾਂ ਨੀਚੇ ਬੈਠ ਜਾਈਏ ਜਾਂ ਬਹੁਤ ਜ਼ਿਆਦਾ ਨੀਚੇ ਹੀ ਬੈਠੇ ਰਹੀਏ ਜਾਂ ਬਹੁਤ ਜ਼ਿਆਦਾ ਉਹਨੂੰ ਬਹੁਤ ਜ਼ਿਆਦਾ ਖ਼ਰਾਬ ਕਰ ਲਈਏ। ਅਤੇ ਉਸ ਤੋਂ ਪਹਿਲਾਂ ਸਾਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਅਤੇ ਇਹਦੇ ਆਲਟਰਨੇਟਸ ਜਿਹੜੇ ਹੈਗੇ, ਅਰਲੀ ਦੇ ਆਲਟਰਨੇਟਸ ਤਾਂ ਹੈਗੇ ਹੈ। ਮੰਨ ਲਓ ਮੰਨ ਲਓ ਅੱਜ ਸ਼ੁਰੂ ਹੋਇਆ, ਤਾਂ ਅੱਜ ਮੈਂ ਡਾਕਟਰ ਦੀ ਸਲਾਹ ਲੈ ਕੇ ਆਪਣੀ ਉਸ ਤਰ੍ਹਾਂ ਦੀ ਐਕਸਰਸਾਈਜ਼ ਸ਼ੁਰੂ ਕਰਾਂ। ਕੁਝ ਸਪਲੀਮੈਂਟਸ ਹੁੰਦੇ ਆ, ਸਪਲੀਮੈਂਟਸ ਸ਼ੁਰੂ ਕਰੀਏ। ਬੇਸਿਕਲੀ ਰੋਲ ਹੈਗਾ ਫਿਜ਼ੀਓਥੈਰੇਪੀ ਦਾ। ਫਿਜ਼ੀਓਥੈਰੇਪੀ 'ਚ ਅਸੀਂ ਆਪਣੀ ਫਿਜ਼ੀਓਥੈਰੇਪੀ ਡਜ਼ਨਟ ਮੀਨ ਕਿ ਅਸੀਂ ਫਿਜ਼ੀਓਥੈਰੇਪਿਸਟ ਕੋਲ ਜਾ ਕੇ ਹੀ ਕਰ ਰਹੇ ਹਾਂ। ਫਿਜ਼ੀਓਥੈਰੇਪੀ ਮੀਨਸ ਕਿ ਆਪਣੀ ਐਕਸਰਸਾਈਜ਼ ਅਸੀਂ ਰੂਟੀਨਲੀ ਕਰ ਰਹੇ ਹਾਂ। ਐਕਸਰਸਾਈਜ਼ ਵਿੱਚ ਕੁਛ ਨੀ ਦੇ ਕੁਆਡਰੀਸੈਪਸ ਐਕਸਰਸਾਈਜ਼, ਹੈਮਸਟਰਿੰਗ ਐਕਸਰਸਾਈਜ਼ ਹੁੰਦੇ ਹੈਗੀਆਂ, ਜਿਹਦੇ ਨਾਲ ਸਾਡਾ ਗੋਡਾ ਚੱਲਦਾ ਰਹਿੰਦਾ ਅਤੇ ਇਹਦੀ ਜਿਹੜੀ ਵੇਅਰ ਐਂਡ ਟੀਅਰ ਸਲੋ ਹੋ ਜਾਂਦੀ ਹੈ। ਅਸੀਂ ਇਹਨੂੰ ਵੇਅਰ ਐਂਡ ਟੀਅਰ ਨੂੰ ਰੋਕ ਨਹੀਂ ਸਕਦੇ, ਬਟ ਵੀ ਕੈਨ ਸਲੋ ਦ ਵੇਅਰ ਐਂਡ ਟੀਅਰ। ਤੋਂ ਅਸੀਂ ਉਹ ਜਿਹੜੀ ਸਟੇਜ ਹੈਗੀ ਹੈ ਨੀ ਰਿਪਲੇਸਮੈਂਟ ਦੀ, ਉੱਥੇ ਆਪਾਂ ਲੇਟ ਪਹੁੰਚਦੇ ਹਾਂ। ਫਿਰ ਇਹ ਇੱਕ ਤਰੀਕਾ ਹੈਗਾ। ਦੂਸਰੇ ਆਲਟਰਨੇਟ, ਬਾਕੀ ਆਲਟਰਨੇਟਸ ਬਹੁਤ ਜ਼ਿਆਦਾ ਆਲਟਰਨੇਟਸ ਨਹੀਂ ਹੈ। ਦਵਾਈਆਂ ਦਾ ਕੋਈ ਜ਼ਿਆਦਾ ਫਾਇਦਾ ਨਹੀਂ ਹੁੰਦਾ, ਠੀਕ ਹੈ। ਮੈਡੀਸਿਨਸ ਦਾ ਇਹ, ਕਿਉਂਕਿ ਦਿਸ ਇਜ਼ ਮੋਰ ਲਾਈਕ ਅ ਮਕੈਨੀਕਲ ਪ੍ਰੋਬਲਮ। ਇੱਕ ਮਸ਼ੀਨ ਹੈਗੀ ਹੈ, ਉਹ ਮਸ਼ੀਨ ਜੇ ਖਰਾਬ ਹੋ ਜਾਂਦੀ ਹੈ ਤਾਂ ਆਪਾਂ ਉਹਨੂੰ ਫਿਰ ਪਾਰਟਸ ਚੇਂਜ ਹੀ ਕਰਨੇ ਪੈਂਦੇ ਹੈਗੇ। ਅਸੀਂ ਬੈਟਰ ਇਹ ਹੈ ਕਿ ਮਸ਼ੀਨ ਨੂੰ ਖਰਾਬ ਨਾ ਹੋਣ ਦਈਏ। ਇੱਕ ਇਹੀ ਤਰੀਕਾ ਹੈਗਾ। ਸਰ, ਪ੍ਰੀਵੈਂਸ਼ਨ ਦੇ ਵਿੱਚ ਜਿਵੇਂ ਤੁਸੀਂ ਕਿਹਾ ਕਿ ਵੇਟ ਚੈੱਕ ਕਰਨਾ ਬਹੁਤ ਜ਼ਰੂਰੀ ਹੈ, ਇਨ ਕੇਸ ਸਰਜਰੀ ਇਜ਼ ਦ ਲਾਸਟ ਰਿਜ਼ੋਰਟ, ਅਤੇ ਸਰਜਰੀ ਕਰਨ ਲਈ ਵੇਟ ਰਿਡਿਊਸ ਕਰਨਾ ਜ਼ਰੂਰੀ ਹੈ? ਦੇਖੋ, ਪੇਸ਼ੈਂਟ ਜਦੋਂ ਚੱਲ ਹੀ ਨਹੀਂ ਪਾਉਂਦਾ ਤਾਂ ਅਸੀਂ ਵੇਟ ਰਿਡਿਊਸ ਕਿਵੇਂ ਕਰ ਸਕਦੇ ਹਾਂ? ਤਾਂ ਇੱਕੋ ਹੀ ਤਰੀਕਾ ਹੁੰਦਾ, ਜਾਂ ਤਾਂ ਡਾਈਟ ਕਰੇ, ਪਰ ਮੋਸਟਲੀ ਅਸੀਂ ਦੇਖਦੇ ਹਾਂ ਇਕੱਲਾ ਡਾਈਟ ਨਾਲ ਵੇਟ ਨਹੀਂ ਕੰਟਰੋਲ ਆਉਂਦਾ। ਤਾਂ ਇਹਦੇ 'ਚ ਅਸੀਂ ਇਹੀ ਸੁਜੈਸਟ ਕਰਦੇ ਹਾਂ, ਤਾਂ ਪੇਸ਼ੈਂਟ ਪਹਿਲਾਂ ਸਰਜਰੀ ਕਰਵਾ ਲੈਂਦੇ ਆ, ਉਹਨਾਂ ਦੇ ਗੋਡੇ ਚੱਲਣ ਲੱਗ ਜਾਂਦੇ ਆ, ਪੇਸ਼ੈਂਟ ਚੱਲਣ ਲਾਇਕ ਹੋ ਜਾਂਦਾ, ਦੈਨ ਹੀ ਕੈਨ ਡੂ ਬੈਟਰ ਐਕਸਰਸਾਈਜ਼ਸ, ਫਿਰ ਵੇਟ ਰਿਡਕਸ਼ਨ ਦੇ ਚਾਂਸਿਸ ਵੱਧ ਜਾਂਦੇ ਹੈਗੇ। ਤਾਂ ਇਹਦਾ ਇਹੀ ਤਰੀਕਾ, ਵੇਟ ਰਿਡਿਊਸ ਕਰਕੇ ਸਰਜਰੀ ਨਹੀਂ ਹੋ ਪਾਉਂਦੀ ਕਦੇ ਵੀ, ਕਿਉਂਕਿ ਪੇਸ਼ੈਂਟ ਚੱਲ ਹੀ ਨਹੀਂ ਪਾਉਂਦਾ ਤਾਂ ਵੇਟ ਰਿਡਿਊਸ ਕਿਵੇਂ ਕਰੇਗਾ? ਜਦੋਂ ਅਸੀਂ ਨੀ ਰਿਪਲੇਸਮੈਂਟ ਕਰ ਦਿੰਦੇ ਹਾਂ, ਉਸ ਤੋਂ ਬਾਅਦ ਉਹਦਾ ਜਿਹੜਾ ਹੈਗਾ ਵੇਟ ਰਿਡਕਸ਼ਨ ਫਿਰ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਪੇਸ਼ੈਂਟ ਵਾਕਿੰਗ ਸ਼ੁਰੂ ਹੋ ਜਾਂਦੀ ਹੈ, ਪੇਸ਼ੈਂਟ ਦਾ ਚੱਲਣਾ ਸ਼ੁਰੂ ਹੋ ਗਿਆ, ਫਿਰ ਆਪਣੇ ਆਪ ਹੀ ਐਕਸਰਸਾਈਜ਼ ਸ਼ੁਰੂ ਹੋ ਜਾਂਦੀਆਂ ਅਤੇ ਆਪਣਾ ਉਹਦਾ ਵੇਟ ਰਿਡਕਸ਼ਨ ਹੋ ਜਾਂਦਾ। ਜੀ ਸਰ, ਆਸਟੀਓਪੋਰੋਸਿਸ ਐਜ਼ ਯੂ ਸੈਡ ਇਜ਼ ਵੈਰੀ ਕਾਮਨ ਇਨ ਵੂਮਨ, ਅਤੇ ਆਸਟੀਓਪੋਰੋਸਿਸ ਹੋਣ ਦਾ ਰੀਜ਼ਨ ਕੀ ਹੈ? ਤੇ ਇਜ਼ ਆਸਟੀਓਪੋਰੋਸਿਸ ਐਂਡ ਆਸਟੀਓਆਰਥਰਾਈਟਿਸ ਯੂ ਮੈਂਸ਼ਨ, ਇਜ਼ ਦਿਸ ਦ ਸੇਮ ਥਿੰਗ? ਨਹੀਂ ਜੀ, ਆਸਟੀਓਪੋਰੋਸਿਸ ਇਜ਼ ਟੋਟਲੀ ਡਿਫਰੈਂਟ ਫਰਮ ਆਸਟੀਓਆਰਥਰਾਈਟਿਸ। ਆਸਟੀਓਪੋਰੋਸਿਸ ਮੀਨਸ ਪੋਰਸ ਬੋਨਸ, ਮਤਲਬ ਕਿ ਤੁਹਾਡੀਆਂ ਹੱਡੀਆਂ ਖੋਖਲੀਆਂ ਹੋਣ ਲੱਗ ਜਾਂਦੀਆਂ। ਆਸਟੀਓਪੋਰੋਸਿਸ ਦਾ ਮੇਨ ਕਾਰਨ ਤਾਂ ਏਜ ਹੈਗੀ ਹੈ, ਅਤੇ ਉਹ ਜਿਹੜੀ ਏਜ ਹੈਗੀ ਹੈ, ਯੂਜੂਲੀ ਆਪਾਂ ਦੇਖਿਆ ਕਿ ਆਸਟੀਓਪੋਰੋਸਿਸ ਸਟਾਰਟਸ ਮਤਲਬ ਜਿਹੜਾ ਹੈਗਾ 30 ਸਾਲ ਦੀ ਉਮਰ ਤੋਂ ਬਾਅਦ ਹਲਕਾ ਸ਼ੁਰੂ ਹੋ ਜਾਂਦਾ ਹੈ। ਮੋਰ ਕਾਮਨ ਇਨ ਫੀਮੇਲਸ, ਮਤਲਬ ਫੀਮੇਲਸ ਵਿੱਚ ਇਹ ਜਿਹੜਾ ਹੈਗਾ ਆਸਟੀਓਪੋਰੋਸਿਸ ਇਹ ਜ਼ਿਆਦਾ ਕਾਮਨ ਹੁੰਦਾ ਹੈ। ਮੇਲਸ ਵਿੱਚ ਇਹੀ ਚੀਜ਼ 50 years ਪਲੱਸ ਸ਼ੁਰੂ ਹੁੰਦੀ ਹੈ। ਆਸਟੀਓਪੋਰੋਸਿਸ ਕੀ ਹੁੰਦਾ, ਸਾਡੀਆਂ ਹੱਡੀਆਂ ਕਮਜ਼ੋਰ ਹੋਣ ਲੱਗ ਜਾਂਦੀਆਂ। ਇਹ ਜਿਹੜੀਆਂ ਹੱਡੀਆਂ ਕਮਜ਼ੋਰ ਹੁੰਦੀਆਂ, ਇਹ ਮੇਨਲੀ ਇਫੈਕਟ ਸਾਡੀ ਸਪਾਈਨ ਨੂੰ ਕਰਦੀਆਂ, ਸਾਡੇ ਹਿਪ ਜੁਆਇੰਟਸ ਨੂੰ ਕਰਦੀਆਂ, ਸਾਡੇ ਰਿਸਟ ਜੁਆਇੰਟਸ ਨੂੰ ਕਰਦੀਆਂ। ਅਤੇ ਕੀ ਹੁੰਦਾ ਆਸਟੀਓਪੋਰੋਸਿਸ ਵਿੱਚ, ਜਦੋਂ ਹੱਡੀਆਂ ਕਮਜ਼ੋਰ ਹੋਣ ਲੱਗ ਜਾਂਦੀਆਂ, ਦੇ ਆਰ ਮੋਰ ਪ੍ਰੋਨ ਟੂ ਫ੍ਰੈਕਚਰਸ। ਤਾਂ ਅਸੀਂ ਯੂਜੂਲੀ ਦੇਖਦੇ ਹਾਂ ਕਿ ਪੇਸ਼ੈਂਟਸ ਆਉਂਦੇ ਆ ਸਾਡੇ ਕੋਲ, ਮੇ ਬੀ ਅਰਾਊਂਡ 60 years 70 years ਫੀਮੇਲ, ਹਲਕਾ ਜਿਹਾ ਬਾਥਰੂਮ 'ਚ ਸਲਿੱਪ ਹੋਏ, ਅਤੇ ਹਲਕਾ ਜਿਹਾ ਬਾਥਰੂਮ ਸਲਿੱਪ ਹੋਏ, ਬਿਲਕੁਲ ਥੋੜ੍ਹਾ ਜਿਹਾ ਗਿਰੇ, ਉਹ ਗਿਰ ਕੇ ਇੱਕਦਮ ਰਿਸਟ ਫ੍ਰੈਕਚਰ ਹੋ ਗਿਆ, ਹਿਪ ਫ੍ਰੈਕਚਰ ਹੋ ਗਿਆ, ਸਪਾਈਨ ਫ੍ਰੈਕਚਰ ਹੋ ਗਿਆ। ਇਹ ਬਹੁਤ ਕਾਮਨ ਹੈਗਾ। ਅਤੇ ਆਸਟੀਓਪੋਰੋਸਿਸ ਮਤਲਬ ਇਹ ਜਿਹੜਾ ਹੈਗਾ, ਇਹ ਹੌਲੀ ਹੱਡੀਆਂ ਨੂੰ ਕਮਜ਼ੋਰ ਕਰਦਾ ਜਾਂਦਾ। ਅਤੇ ਇਸ ਲਈ ਇਹਦਾ ਅਰਲੀ ਜਿਹੜਾ ਹੈਗਾ, ਅਰਲੀ ਡਿਟੈਕਸ਼ਨ ਆਫ ਆਸਟੀਓਪੋਰੋਸਿਸ ਮਤਲਬ ਆਪਣਾ ਜਿਹੜਾ ਹੈਗਾ ਚੈੱਕਅਪ ਹੈਗਾ ਆਸਟੀਓਪੋਰੋਸਿਸ ਦਾ, ਇਹ ਸਾਨੂੰ ਕਰਵਾਉਣਾ ਚਾਹੀਦਾ। ਇਹਦੇ ਜਿਹੜੇ ਹੈਗੇ ਆ ਕਿ ਕੀ ਸਾਈਨਸ ਹੁੰਦੇ ਆ, ਹੱਡੀਆਂ 'ਚ ਦਰਦ ਹੋਣ ਲੱਗ ਜਾਂਦਾ। ਕਈ ਵਾਰ ਅਸੀਂ ਦੇਖਿਆ ਕਿ
ਪੇਸ਼ੈਂਟ ਆਉਂਦੇ ਹੈ 40 ਸਾਲ ਦੀ ਉਮਰ 'ਚ ਕਿ ਬੋਨਸ ਵਿੱਚ ਪੇਨ ਹੋ ਰਿਹਾ ਹੈ, ਕੋਈ ਕਹਿੰਦਾ ਰਿਸਟ ਵਿੱਚ ਪੇਨ ਹੋ ਰਿਹਾ, ਕੋਈ ਸਪਾਈਨ ਵਿੱਚ ਪੇਨ ਹੋ ਰਿਹਾ, ਤਾਂ ਅਸੀਂ ਉਹਨਾਂ ਦੇ ਟੈਸਟ ਕਰਦੇ ਹੈਗੇ ਆ, ਉਹਨਾਂ ਦਾ ਡੈਕਸਾ ਸਕੈਨ ਵਗੈਰਾ ਕਰਕੇ ਦੇਖਦੇ ਹਾਂ ਤੇ ਉਹਨਾਂ ਦਾ ਜਿਹੜਾ ਹੈਗਾ ਉਹ ਸਕੋਰ ਦੇਖਦੇ ਹਾਂ। ਉਹ ਸਕੋਰ 'ਚ ਦੇਖਦੇ ਹਾਂ ਕਿ ਆਸਟੀਓਪੋਰੋਸਿਸ ਹੈਗਾ ਤੇ ਕਿ ਹੱਡੀ ਕਮਜ਼ੋਰ ਹੋਈ ਹੈ, ਫਿਰ ਅਸੀਂ ਉਹਦਾ ਟ੍ਰੀਟਮੈਂਟ ਸ਼ੁਰੂ ਕਰਦੇ ਹਾਂ ਤੇ ਉਹਦੇ ਨਾਲ ਫਿਰ ਉਹ ਕਾਫੀ ਪੇਨਸ ਉਹਦੇ ਬੈਟਰ ਹੋ ਜਾਂਦੇ ਆ, ਹੱਡੀ ਮਜ਼ਬੂਤ ਹੋਣ ਲੱਗ ਜਾਂਦੀ ਹੈ ਤੇ ਉਹ ਜਿਹੜੇ ਪ੍ਰੋਨ ਟੂ ਫ੍ਰੈਕਚਰ, ਜਿਹੜਾ ਇਹਦਾ ਮੇਨ ਜਿਹੜਾ ਆਸਟੀਓਪੋਰੋਸਿਸ ਦਾ ਨੁਕਸਾਨ ਕੀ ਹੈਗਾ ਕਿ ਪੇਸ਼ੈਂਟ ਗਿਰਿਆ ਨਹੀਂ ਤੇ ਫ੍ਰੈਕਚਰ ਹੋਇਆ ਨਹੀਂ ਤੇ ਉਹਦੇ 'ਚ ਆਪਾਂ ਇਹੀ ਹੈ ਕਿ ਆਪਾਂ ਉਹਨੂੰ ਫ੍ਰੈਕਚਰ ਤੋਂ ਬਚਾਉਣਾ ਹੈ। ਫ੍ਰੈਕਚਰ ਤੋਂ ਬਚਾ ਉਦੋਂ ਹੀ ਸਕਦੇ ਹਾਂ ਜਦੋਂ ਆਪਾਂ ਹੱਡੀ ਮਜ਼ਬੂਤ ਕਰਾਂਗੇ ਤੇ ਉਹਨੂੰ ਅਸੀਂ ਮਜ਼ਬੂਤ ਕਰਦੇ ਹਾਂ। ਮਜ਼ਬੂਤ ਕਰਨ ਦੇ ਅੱਜ ਕੱਲ੍ਹ ਬਹੁਤ ਐਡਵਾਂਸ ਟੈਕਨੀਕਸ ਹੈਗੀਆਂ, ਦਵਾਈਆਂ ਹੈਗੀਆਂ, ਬਟ ਦੇ ਆਰ ਬਾਇਓਲੋਜੀਕਲ ਮੈਡੀਸਿਨਸ। ਠੀਕ ਹੈ, ਕੁਛ ਨਹੀਂ, ਵੈਰੀ ਸਿੰਪਲ ਮੈਡੀਸਿਨਸ। ਇੱਕ ਛੋਟਾ ਜਿਹਾ ਇੰਜੈਕਸ਼ਨ ਲੱਗਦਾ ਹੈ ਤੇ ਈਵਨ ਛੋਟਾ ਜਿਹਾ ਇੰਜੈਕਸ਼ਨ ਹੈ, ਸਾਲ 'ਚ ਇੱਕ ਵਾਰ ਵੀ ਲੱਗਣ ਵਾਲੇ ਇੰਜੈਕਸ਼ਨਸ ਹੈਗੇ ਆ ਤੇ ਬਾਕੀ ਆਪਣਾ 6 ਮਹੀਨੇ 'ਚ ਇੱਕ ਵਾਰ ਲੱਗਣ ਵਾਲੇ ਇੰਜੈਕਸ਼ਨਸ ਵੀ ਹੈਗੇ। ਕੁਛ ਐਵਰੀਡੇ ਵੀ ਹੈ? ਐਵਰੀਡੇ ਇਜ਼ ਕੈਲਸ਼ੀਅਮ। ਦੇਖੋ ਕੈਲਸ਼ੀਅਮ, ਤੁਸੀਂ ਆਸਟੀਓਪੋਰੋਸਿਸ ਦੀ ਗੱਲ ਕਰੀਏ, ਦੋ ਚੀਜ਼ਾਂ ਹੈਗੀਆਂ। ਇੱਕ ਤਾਂ ਹੈਗੀ ਹੈ ਕੈਲਸ਼ੀਅਮ। ਕੈਲਸ਼ੀਅਮ ਇਜ਼ ਜਸਟ ਲਾਈਕ ਬ੍ਰਿਕਸ, ਇੱਕ ਬਿਲਡਿੰਗ ਬਲੌਕਸ ਹੈਗੇ ਆ ਕੈਲਸ਼ੀਅਮ। ਤੇ ਦੂਸਰਾ ਜੋ ਮੈਂ ਇੰਜੈਕਸ਼ਨਸ ਦੀ ਗੱਲ ਕਰ ਰਿਹਾ ਉਹ ਉਹਨੂੰ ਭਰਨ ਲਈ ਉਹਦਾ ਸੀਮੈਂਟ ਹੈਗਾ। ਤਾਂ ਕੈਲਸ਼ੀਅਮ ਤਾਂ ਸਾਨੂੰ ਰੋਜ਼ ਲੈਣਾ ਹੀ ਪੈਂਦਾ। ਕੈਲਸ਼ੀਅਮ, ਵਿਟਾਮਿਨ ਡੀ, ਫਾਸਫੋਰਸ, ਇਹ ਚੀਜ਼ਾਂ ਸਾਨੂੰ ਲੈਣੀਆਂ ਪੈਂਦੀਆਂ। ਨਾਲ ਉਹਦੇ ਜੇ ਸੀਵੀਅਰ ਆਸਟੀਓਪੋਰੋਸਿਸ ਸਾਨੂੰ ਅਦਰ ਥੈਰੇਪੀਜ਼ 'ਤੇ ਜਾਣਾ ਪੈਂਦਾ, ਜੋ ਮੈਂ ਤੁਹਾਨੂੰ ਗੱਲ ਕਰ ਰਿਹਾ ਕਿ ਬਾਇਓਲੋਜੀਕਲਸ ਹੈਗੇ ਆ, ਉਹ ਇੰਜੈਕਸ਼ਨਸ 'ਤੇ ਵੀ ਜਾਣਾ ਪੈਂਦਾ ਜੇ ਸੀਵੀਅਰ ਆਸਟੀਓਪੋਰੋਸਿਸ ਹੁੰਦਾ ਹੈ। ਇੱਕ ਚੀਜ਼ ਹੁੰਦੀ ਹੈ ਆਸਟੀਓਪੀਨੀਆ। ਆਸਟੀਓਪੀਨੀਆ ਇਜ਼ ਜਸਟ ਸਟੇਜ ਲੈਸ ਦੈਨ ਆਸਟੀਓਪੋਰੋਸਿਸ। ਆਸਟੀਓਪੀਨੀਆ 'ਚ ਕੀ ਹੈ, ਸਾਨੂੰ ਕਿ ਹੱਡੀਆਂ ਕਮਜ਼ੋਰ ਹੋਣੀਆਂ ਸ਼ੁਰੂ ਹੋ ਗਈਆਂ। ਸ਼ੁਰੂ ਹੋਣ ਦਾ ਮਤਲਬ ਕਿ ਹਲੇ ਸਟਾਰਟਿੰਗ ਹੈਗੀ ਹੈ ਤਾਂ ਅਸੀਂ ਉਹਨੂੰ ਕੰਟਰੋਲ ਕਰ ਸਕਦੇ ਹਾਂ। ਉਸ ਸਟੇਜ ਵਿੱਚ ਸਾਨੂੰ ਸਿਰਫ ਕੈਲਸ਼ੀਅਮ ਦੀ ਜ਼ਰੂਰਤ ਹੈ, ਨਾਲ ਵਿਟਾਮਿਨ D3 ਦੀ ਜ਼ਰੂਰਤ ਹੈ, ਕਿਉਂਕਿ ਅੱਜ ਕੱਲ੍ਹ ਆਪਾਂ ਦੇਖਿਆ ਆਪਾਂ ਨਾ ਧੁੱਪ 'ਚ ਨਿਕਲਦੇ ਹੈਗੇ ਆ ਤਾਂ ਵਿਟਾਮਿਨ ਡੀ ਸਾਨੂੰ ਨਹੀਂ ਮਿਲਦਾ। ਵਿਟਾਮਿਨ ਡੀ ਜਿਹੜਾ ਹੈਗਾ ਉਹ ਸਨਲਾਈਟ ਤੋਂ ਬਣਦਾ ਹੈਗਾ ਤੇ ਸਨਲਾਈਟ 'ਚ ਆਪਾਂ ਉਸ ਟਾਈਮ ਜਦੋਂ ਸਵੇਰੇ ਦੀ ਥੋੜੀ ਧੁੱਪ ਹੁੰਦੀ ਹੈ ਉਸ ਟਾਈਮ ਆਪਾਂ ਨਹੀਂ ਨਿਕਲ ਪਾਉਂਦੇ, ਆਪਣੇ ਕੰਮ 'ਚ ਬਿਜ਼ੀ ਹੈਗੇ ਆ ਜਾਂ ਅੱਜ ਕੱਲ੍ਹ ਆਪਣਾ ਲਾਈਫ ਸਟਾਈਲ ਐਸਾ ਹੈਗਾ। ਜਿਹਨਾਂ ਦੀ ਨਾਈਟ ਸ਼ਿਫਟਸ ਹੈ ਜਾਂ ਜੋ ਫਲਾਈਟ ਤੇ ਹੈਗੇ ਆ ਉਹਨਾਂ ਨੂੰ ਡੈਫੀਨੇਟਲੀ ਉਹ ਜਿਨ੍ਹਾਂ ਨੇ ਮਤਲਬ ਸੂਰਜ ਦੇਖਣ ਨੂੰ ਨਹੀਂ ਮਿਲਦਾ ਜਿਨ੍ਹਾਂ ਨੂੰ, ਉਹਨਾਂ ਆਪਾਂ ਜ਼ਿਆਦਾ ਦੇਖਿਆ IT ਪ੍ਰੋਫੈਸ਼ਨਲਸ ਵਿੱਚ ਹੋ ਗਿਆ, ਇਹ ਫਲਾਈਟਸ ਵਿੱਚ ਹੋ ਗਿਆ, ਪਾਇਲਟਸ ਹੋ ਗਿਆ, ਇਹ ਨਹੀਂ ਹੋ ਪਾਉਂਦਾ ਤੇ ਉਹ 'ਚ ਵਿਟਾਮਿਨ ਡੀ ਬਹੁਤ ਘੱਟ ਜਾਂਦਾ ਹੈਗਾ ਤੇ ਆਪਾਂ ਨੂੰ ਵਿਟਾਮਿਨ ਡੀ ਵੀ ਨਾਲ ਦੇਣਾ ਪੈਂਦਾ। ਤੇ ਇਹ ਸਾਰੇ ਜਿਹੜੇ ਕਾਰਨ ਹੈਗੇ ਇਹ ਆਸਟੀਓਪੋਰੋਸਿਸ ਕਰਦੇ ਆ। ਇਹ ਟੋਟਲੀ ਡਿਫਰੈਂਟ ਹੈਗੇ ਆਸਟੀਓਆਰਥਰਾਈਟਿਸ ਨਾਲੋਂ। ਆਸਟੀਓਆਰਥਰਾਈਟਿਸ ਇਜ਼ ਕਿ ਸਾਡੇ ਜਿਹੜੇ ਜੁਆਇੰਟਸ ਹੈਗੇ ਆ ਉਹਨਾਂ ਦੀ ਕਾਰਟਿਲੇਜ ਡੈਮੇਜ ਹੋਣ ਲੱਗ ਜਾਂਦੀ ਹੈ। ਜਿਹੜਾ ਆਸਟੀਓਆਰਥਰਾਈਟਿਸ ਹੈਗਾ ਉਹ ਸਾਡਾ ਕਿਸੇ ਵੀ ਜੁਆਇੰਟ ਵਿੱਚ ਹੋ ਸਕਦਾ ਹੈ। ਸਭ ਤੋਂ ਕਾਮਨ ਮੈਂ ਤੁਹਾਨੂੰ ਦੱਸਿਆ ਹੀ ਹੈ ਕਿ ਇਹ ਹੈਗਾ ਨੀ ਜੁਆਇੰਟ ਦਾ। ਤੇ ਫਿਰ ਸਾਡਾ ਆਸਟੀਓਆਰਥਰਾਈਟਿਸ ਦਾ ਇਹ ਸਪਾਈਨ 'ਚ ਵੀ ਹੋ ਜਾਂਦਾ ਹੈ, ਸਾਡੇ ਇਹ ਸ਼ੋਲਡਰਸ ਵਿੱਚ। ਸ਼ੋਲਡਰ ਇਜ਼ ਵੈਰੀ ਕਾਮਨ, ਨੈਕਸਟ ਟੂ ਨੀ ਇਜ਼ ਸ਼ੋਲਡਰ ਦਾ ਆਸਟੀਓਆਰਥਰਾਈਟਿਸ ਵੀ ਹੋ ਜਾਂਦਾ ਹੈ, ਜਿਹਨੂੰ ਅਸੀਂ ਕਹਿੰਦੇ ਆ ਰੋਟੇਟ ਨਾ ਫਰੋਜ਼ਨ ਸ਼ੋਲਡਰ। ਕਈ ਵਾਰ ਦੇਖਿਆ ਕਿ ਪੇਸ਼ੈਂਟ ਆਪਣਾ ਮੋਢਾ ਹੀ ਨਹੀਂ ਚੱਕ ਪਾਉਂਦੇ। ਅਸੀਂ ਬੜਾ ਕਾਮਨ ਹੈਗਾ ਕਿ ਆਫਟਰ 60 ਇਅਰਸ ਡਾਇਬਟਿਕ ਪੇਸ਼ੈਂਟ ਹੈਗਾ, ਸ਼ੂਗਰ ਦਾ ਮਰੀਜ਼ ਹੈ, ਅਦਰ ਮੋਰਬਿਡਿਟੀਜ਼ ਵੀ ਹੈਗੀਆਂ ਤੇ ਉਹ ਆਪਣਾ ਮੋਢਾ ਨਹੀਂ ਚੱਕ ਪਾਉਂਦੇ। ਉਹ ਵੀ ਕਾਰਨ ਇੱਕ ਆਸਟੀਓਆਰਥਰਾਈਟਿਸ ਹੀ ਹੈਗਾ। ਫਰੋਜ਼ਨ ਸ਼ੋਲਡਰ ਇਹਨੂੰ ਕਹਿੰਦੇ ਆ। ਉਹਦੇ ਵਿੱਚ ਨਾਲ ਤਾਂ ਜੁਆਇੰਟ ਵੀ ਖਰਾਬ ਹੁੰਦਾ ਤੇ ਸਾਡੇ ਜਿਹੜੇ ਮਸਲਸ ਹੁੰਦੇ ਆ, ਰੋਟੇਟਰ ਕਫ ਬੋਲਦੇ ਆ, ਉਹਨਾਂ ਦੀ ਵੀਕਨੈਸ ਹੁੰਦੀ ਹੈ ਜਿਸ ਕਰਕੇ ਮੋਢਾ ਜਾਮ ਹੋ ਜਾਂਦਾ ਤੇ ਇਹ ਆਸਟੀਓਆਰਥਰਾਈਟਿਸ ਹੈਗਾ। ਅਦਰਵਾਈਜ਼ ਅਗਰ ਆਪਾਂ ਆਰਥਰਾਈਟਿਸ ਦੀ ਗੱਲ ਕਰੀਏ, ਆਰਥਰਾਈਟਿਸ ਹੈਗਾ ਗਠੀਆ ਆਸਟੀਓਆਰਥਰਾਈਟਿਸ ਤੇ ਆਸਟੀਓਪੋਰੋਸਿਸ ਅਲੱਗ-ਅਲੱਗ ਚੀਜ਼ਾਂ ਹੈਗੀਆਂ। ਜਿਹੜਾ ਗਠੀਆ ਹੈ ਉਹ ਇੱਕ ਬਿਮਾਰੀ ਹੈਗੀ ਹੈ, ਆਸਟੀਓਆਰਥਰਾਈਟਿਸ ਇੱਕ ਬਿਮਾਰੀ ਨਹੀਂ ਹੈਗੀ। ਦੈਟ ਇਜ਼ ਜਸਟ ਕੰਡੀਸ਼ਨ ਕਿ ਇੱਕ ਮਸ਼ੀਨ ਜਸਟ ਉਹਦੇ ਵੀਅਰ ਐਂਡ ਟੀਅਰ ਸ਼ੁਰੂ ਹੋ ਗਿਆ। ਜਿਹੜਾ ਗਠੀਆ ਹੈਗਾ ਰੂਮੇਟਾਇਡ ਆਰਥਰਾਈਟਿਸ, ਉਹ ਇੱਕ ਬਿਮਾਰੀ ਹੈ ਤੇ ਉਹ 'ਚ ਕੀ ਹੁੰਦਾ ਹੈ, ਉਹ 'ਚ ਸਾਨੂੰ ਸਭ ਤੋਂ ਕਾਮਨ ਹੁੰਦਾ ਸਮਾਲ ਜੁਆਇੰਟ 'ਚ ਪੇਨ। ਸਾਡੀ ਉਂਗਲੀਆਂ ਦੀ ਗੱਠਾਂ ਵਿੱਚ, ਪੈਰਾਂ ਦੀਆਂ ਗੱਠਾਂ 'ਚ, ਮੋਢੇ ਵਿੱਚ, ਕੂਹਣੀ 'ਚ, ਰਿਸਟ ਵਿੱਚ, ਇਹ 'ਚ ਪੇਨ ਹੋਣ ਲੱਗਦਾ ਤੇ ਉਹਦਾ ਟ੍ਰੀਟਮੈਂਟ ਟੋਟਲੀ ਡਿਫਰੈਂਟ ਹੈਗਾ ਤੇ ਉਹ ਸਾਡੇ ਰੂਮੇਟੋਲੋਜਿਸਟ ਹੁੰਦੇ ਆ, ਉਹਨੂੰ ਉਹ ਦੇਖਦੇ ਹੈਗੇ ਆ ਤੇ ਉਸ ਦਾ ਇਲਾਜ ਕਰਦੇ ਹੈਗੇ ਆ। ਉਹ ਮੈਡੀਸਿਨਸ ਨਾਲ ਮੈਨੇਜੇਬਲ ਹੈਗਾ ਤੇ ਉਹਦੇ ਵਿੱਚ ਜੁਆਇੰਟ ਬਹੁਤ ਖਰਾਬ ਹੋ ਜਾਂਦਾ ਤਾਂ ਸਾਨੂੰ ਆਰਥੋਪੈਡਿਕ ਸਰਜਨ ਨਾਲ ਗੱਲ ਕਰਕੇ ਉਹਦਾ ਜੁਆਇੰਟ ਰਿਪਲੇਸਮੈਂਟ ਹੁੰਦੀ ਹੈ। ਜੀ ਸਰ, ਸਪਾਈਨ ਇੰਜਰੀ ਤੇ ਲਿਗਾਮੈਂਟ ਇੰਜਰੀ ਦਾ ਕੀ ਇਲਾਜ ਹੈ ਆਰਥੋਪੈਡਿਕਸ? ਦੇਖੋ ਸਪਾਈਨ ਇੰਜਰੀ 'ਚ ਕੀ ਹੁੰਦਾ, ਸਾਡੇ ਮਣਕੇ ਹੁੰਦੇ ਆ ਸਪਾਈਨ 'ਚ, ਉਹ ਸਰਵਾਈਕਲ ਸਪਾਈਨ ਦੀ ਇੰਜਰੀ ਹੈਗੀ ਹੈ ਜਾਂ ਫਿਰ ਉਹ ਸਾਰੀ ਲੰਬਰ ਸਪਾਈਨ ਦੀ ਇੰਜਰੀ ਹੈ ਜਾਂ ਡੋਰਸਲ ਸਪਾਈਨ ਦੀ ਇੰਜਰੀ ਹੈ। ਜਿਵੇਂ ਸਰਵਾਈਕਲ ਸਪਾਈਨ ਅਸੀਂ ਕਹਿੰਦੇ ਹਾਂ ਸਪਾਈਨ ਦੇ ਉੱਪਰਲੇ ਹਿੱਸੇ ਨੂੰ, ਤੇ ਡੋਰਸਲ ਸਪਾਈਨ ਅਸੀਂ ਵਿੱਚ ਦੇ ਹਿੱਸੇ ਨੂੰ ਕਹਿੰਦੇ ਹਾਂ ਤੇ ਲੰਬਰ ਸਪਾਈਨ ਅਸੀਂ ਨਿਚਲੇ ਹਿੱਸੇ ਨੂੰ ਕਹਿੰਦੇ ਹੈਗੇ ਆ। ਤੇ ਇਹ 'ਚ ਜਦੋਂ ਮੰਨ ਲਓ ਸੱਟ ਲੱਗਦੀ ਹੈ, ਇੰਜਰੀ ਹੁੰਦੀ ਹੈ, ਇੰਜਰੀ ਮੀਨਸ ਕਿ ਇਹਦੀ ਸਭ ਤੋਂ ਕਾਮਨ ਹੈਗਾ ਜਾਂ ਤਾਂ ਕੋਈ ਹਾਈ ਵੈਲੋਸਿਟੀ ਟਰਾਮਾ ਹੋ ਗਿਆ, ਮਤਲਬ ਸਾਡਾ ਰੋਡ ਸਾਈਡ ਐਕਸੀਡੈਂਟ ਹੋ ਜਾਂਦਾ, ਉਹਦੇ ਵਿੱਚ ਸਪਾਈਨ ਇੰਜਰੀਜ਼ ਹੋ ਜਾਂਦੀਆਂ। ਦੂਸਰਾ ਫਾਲ ਫਰੋਮ ਹਾਈਟ ਹੈਗਾ ਕਿ ਉੱਪਰੋਂ ਗਿਰ ਗਏ, ਛੱਤ ਤੋਂ ਗਿਰ ਗਿਆ, ਜਾਂ ਕੋਈ ਜਿਵੇਂ ਅਸੀਂ ਹਿਮਾਚਲ ਦੇ ਪੇਸ਼ੈਂਟ ਦੇਖਦੇ ਹਾਂ ਉਹ ਟਰੀਜ਼ ਤੋਂ ਗਿਰਦੇ ਹੈ
ਤੇ ਉਹਦੇ ਨਾਲ ਸਾਡਾ ਇਹ ਇੰਜਰੀ ਹੁੰਦੀ ਹੈ। ਤੇ ਉਹ 'ਚ ਇਹ ਅਸੀਂ ਦੇਖਦੇ ਹਾਂ ਕਿ ਉਹ ਇੰਜਰੀ ਜਿਹੜੀ ਹੈਗੀ ਹੈ, ਉਹ ਸਪਾਈਨ ਦੀ ਇੰਜਰੀ ਜਿਹੜੀ ਹੈਗੀ ਹੈ, ਜੇ ਸਾਡੇ ਸਪਾਈਨਲ ਕਾਰਡ ਨੂੰ ਇਫੈਕਟ ਕਰਦੀ ਹੈ ਤੇ ਉਹਦੇ 'ਚ ਕੀ ਹੁੰਦਾ, ਜੇ ਸਪਾਈਨਲ ਕਾਰਡ ਨੂੰ ਇਫੈਕਟ ਕਰਦੀ ਹੈ, ਸਾਡੀ ਲੱਤਾਂ ਬਾਹਾਂ ਚੱਲਣੀਆਂ ਬੰਦ ਹੋ ਜਾਂਦੀਆਂ ਤੇ ਉਸ ਇੰਜਰੀ ਦਾ ਫਿਰ ਸਰਜਰੀ ਕਰਨੀ ਪੈਂਦੀ ਹੈ, ਸਾਨੂੰ ਉਹਦੀ ਸਟੇਬਲਾਈਜੇਸ਼ਨ ਕਰਨੀ ਪੈਂਦੀ ਹੈ। ਸਟੇਬਲਾਈਜੇਸ਼ਨ ਇਨ ਫਾਰਮ ਮਤਲਬ ਸਕਰੂਜ਼ ਪਾਉਂਦੇ ਪੈਂਦੇ ਆ, ਸਾਨੂੰ ਸਕਰੂਜ਼ ਪਾਉਂਦੇ ਆ, ਰੋਡ ਪਾਉਂਦੇ ਆ, ਜਿਹੜੀ ਸਾਡਾ ਮਣਕਾ ਹਿੱਲ ਗਿਆ ਹੈਗਾ ਉਹਨੂੰ ਫਿਕਸ ਕਰਕੇ ਉਹਨੂੰ ਸਟੇਬਲਾਈਜ਼ ਕਰਦੇ ਆ ਤੇ ਜਿਹੜੀ ਨਸ 'ਤੇ ਪ੍ਰੈਸ਼ਰ ਪਾ ਰਿਹਾ ਹੈ ਉਹ ਅਸੀਂ ਪ੍ਰੈਸ਼ਰ ਨੂੰ ਹਲਕਾ ਕਰਦੇ ਆ, ਜਿਹਦੇ ਨਾਲ ਫਿਰ ਉਹਦਾ ਜਿਹੜਾ ਨਸ ਦਾ ਦੌਰਾ ਹੈ ਉਹ ਚੱਲਣ ਲੱਗ ਜਾਂਦਾ ਹੈ ਤੇ ਉਹਦੇ ਜਿਹੜੀ ਠੀਕ ਹੋਣ ਦੇ ਚਾਂਸਿਸ ਹੈਗੇ ਆ ਉਹ ਵੱਧ ਜਾਂਦੇ ਹੈਗੇ। ਤੇ ਅਸੀਂ ਆਈਏ ਲਿਗਾਮੈਂਟ ਇੰਜਰੀਜ਼। ਜੀ, ਲਿਗਾਮੈਂਟ ਇੰਜਰੀਜ਼ ਜਿਹੜੀਆਂ ਹੈਗੀਆਂ ਉਹ ਮੈਂ ਤੁਹਾਨੂੰ ਉਹੀ ਦੱਸ ਰਿਹਾ ਕਿ ਜਿਹੜਾ ਨੀ ਦੀ ਲਿਗਾਮੈਂਟ ਇੰਜਰੀ ਸਭ ਤੋਂ ਕਾਮਨ ਹੈਗੀ ਹੈ, ਫਿਰ ਆ ਜਾਂਦਾ ਸਾਡਾ ਐਂਕਲ ਜੁਆਇੰਟ ਦੀ ਲਿਗਾਮੈਂਟ ਇੰਜਰੀਜ਼, ਫਿਰ ਸ਼ੋਲਡਰ ਦੀ ਲਿਗਾਮੈਂਟ ਇੰਜਰੀਜ਼। ਤੇ ਆਪਾਂ ਜੇ ਸਭ ਤੋਂ ਕਾਮਨ ਦੀ ਗੱਲ ਕਰਾਂਗੇ, ਇਹ 'ਚ ਹੁੰਦੀ ਹੈ ਐਂਟੀਰੀਅਰ ਕਰੂਸ਼ੀਏਟ ਲਿਗਾਮੈਂਟ ਇੰਜਰੀ, ACL ਇੰਜਰੀ। ਇਹ ਅਸੀਂ ਦੇਖਦੇ ਹਾਂ ਮੋਸਟਲੀ ਸਪੋਰਟਸ ਪਰਸਨ ਵਿੱਚ ਹੁੰਦੀ ਹੈ। ਬਾਕੀ ਇਹ ਹੁੰਦਾ ਰੋਡ ਐਕਸੀਡੈਂਟਸ ਵੀ ਹੋ ਜਾਂਦੀ ਹੈ, ਜਾਂ ਨੋਰਮਲ ਵੀ ਅਸੀਂ ਦੇਖਦੇ ਹਾਂ ਯੰਗ ਪੇਸ਼ੈਂਟ ਹੈ, ਚੱਲ ਰਹੇ ਹੈ, ਭੱਜ ਰਹੇ ਹੈ, ਪਾਰਕ ਵਿੱਚ ਚੱਲ ਰਹੇ ਹੈ, ਗੋਡਾ ਮੁੜਿਆ, ਇੱਕਦਮ ਟਵਿਸਟ ਕੀਤਾ, ਇੱਕਦਮ ਪੌਪਿੰਗ ਦੀ ਆਵਾਜ਼ ਆਈ ਤੇ ਗੋਡੇ 'ਚ ਸਵੈਲਿੰਗ ਆ ਗਈ, ਇਹਦੀ ਹੁੰਦੀ ਹੈ ਲਿਗਾਮੈਂਟ ਇੰਜਰੀ। ਤੇ ਇਹ ਜਿਵੇਂ ਇਹ ਹੋ ਗਈ ਗੋਡੇ ਦੀ ਲਿਗਾਮੈਂਟ ਇੰਜਰੀ। ਇੱਦਾਂ ਹੀ ਸ਼ੋਲਡਰ ਦੀ ਲਿਗਾਮੈਂਟ ਇੰਜਰੀ, ਕੋਈ ਜਿਵੇਂ ਆਪਾਂ ਦੇਖਦੇ ਹਾਂ ਸਪੋਰਟਸ ਪਰਸਨ ਹੈਗੇ ਆ, ਜੈਵਲਿਨ ਥਰੋਅਰ ਹੈਗੇ ਆ, ਕੋਈ ਸ਼ਾਟ ਪੁੱਟ ਵਾਲੇ ਹੈਗੇ ਆ, ਉਹ ਥਰੋ ਕਰਦੇ ਅਸੀਂ ਦੇਖਿਆ ਮੋਢਾ ਉਤਰ ਗਿਆ, ਉਹਦੇ ਨਾਲ ਲਿਗਾਮੈਂਟ ਇੰਜਰੀਜ਼ ਸ਼ੋਲਡਰ ਵਗੈਰਾ ਦੀ ਹੁੰਦੀਆਂ। ਐਵੇਂ ਅਸੀਂ ਦੇਖਦੇ ਹਾਂ ਕਿ ਚੱਲਦੇ ਚੱਲਦੇ ਪੈਰ ਮੁੜ ਜਾਂਦਾ, ਪੈਰ ਮੁੜਨ ਨਾਲ ਅਸੀਂ ਦੇਖਦੇ ਹਾਂ ਕਿ ਪੈਰ ਮੁੜ ਗਿਆ ਜੀ, ਮਾਸ ਫਟ ਗਿਆ ਜੀ, ਠੀਕ ਹੈ, ਤੇ ਸਵੈਲਿੰਗ ਆ ਗਈ। ਪਰ ਇਹ ਐਕਚੁਅਲ 'ਚ ਕੀ ਹੁੰਦਾ ਹੈ, ਇਹ ਲਿਗਾਮੈਂਟ ਟੁੱਟਦੇ ਹੈਗੇ ਆ। ਇਹ ਕਿੰਨੇ ਟੁੱਟੇ ਹੈ, ਸਿਰਫ ਸਪਰੇਨ ਹੋਇਆ ਹੈ ਜਾਂ ਫਿਰ ਇਹ ਸਟ੍ਰੇਨ ਹੋਇਆ ਹੈ ਜਾਂ ਇਹ ਪੂਰਾ ਟੀਅਰ ਹੋਇਆ ਜੀ, ਤੇ ਉਹ ਡਿਪੈਂਡ ਕਰਦਾ ਹੈ ਕਿ ਉਹਦੇ ਨਾਲ ਉਹਦਾ ਟ੍ਰੀਟਮੈਂਟ ਡਿਪੈਂਡ ਕਰਦਾ। ਤੇ ਬੇਸਿਕਲੀ ਮਤਲਬ ਇਹਦੀ ਆਪਾਂ ਦੇਖੀਏ ਕਿ ਜੇ ਹੋ ਜਾਂਦਾ ਤਾਂ ਕੀ ਕਰਨਾ। ਅਸੀਂ ਲੈ ਕੇ ਚੱਲੀਏ, ਪਹਿਲਾਂ ਤਾਂ ਐਂਕਲ ਨੂੰ ਦੇਖੀਏ। ਐਂਕਲ ਸਾਡਾ ਟਵਿਸਟ ਹੋਇਆ, ਠੀਕ ਹੈ, ਐਂਕਲ ਟਵਿਸਟ ਨਾਲ ਸਾਡੇ ਸਵੈਲਿੰਗ ਆ ਗਈ, ਅਸੀਂ ਕਿਹਾ ਚਲੋ ਚੱਲੀ ਜਾਊਗਾ, ਅਸੀਂ ਚੱਲੀ ਜਾਂਦੇ ਹਾਂ, ਅਸੀਂ ਸਾਰਾ ਪੈਰ ਖਰਾਬ ਕਰ ਲੈਂਦੇ ਹਾਂ। ਜਦੋਂ ਹੀ ਇਹ ਹੋ ਜਾਂਦਾ ਹੈ, ਸਾਨੂੰ ਉਸੇ ਟਾਈਮ ਰੈਸਟ ਕਰਨ ਦੀ ਜ਼ਰੂਰਤ ਹੈਗੀ ਹੈ, ਨਾਲ ਦੀ ਨਾਲ ਸਾਨੂੰ ਇੱਕ ਡਾਕਟਰ ਨੂੰ ਦੇਖ ਕੇ ਐਕਸਰੇ ਕਰਾਉਣ ਦੀ ਜ਼ਰੂਰਤ ਹੈਗੀ ਹੈ, ਤੇ ਉਹਦੇ ਵਿੱਚ ਫਿਰ ਉਹਨਾਂ ਦੇ ਸਲਾਹ ਨਾਲ ਸਾਨੂੰ ਕੋਈ MRI ਅੱਗੇ ਕਰਾਉਣਾ ਹੈ ਜਾਂ ਸਾਨੂੰ ਕੋਈ ਪਲਾਸਟਰ ਚਾਹੀਦਾ ਹੈਗਾ, ਉਹ ਲਗਾਉਣ ਦੀ ਜ਼ਰੂਰਤ ਪੈਂਦੀ ਹੈ। ਅਦਰਵਾਈਜ਼ ਕੀ ਹੁੰਦਾ ਹੈ, ਕਈ ਵਾਰ ਅਸੀਂ ਇਗਨੋਰ ਕਰ ਦਿੰਦੇ ਹਾਂ, ਚੱਲਦੇ ਰਹਿੰਦੇ ਹਾਂ, ਕਈ ਵਾਰ ਫ੍ਰੈਕਚਰਸ ਵੀ ਹੁੰਦੇ ਆ, ਉਹਦੇ ਵਿੱਚ ਲਿਗਾਮੈਂਟ ਫਿਰ ਠੀਕ ਹੀ ਨਹੀਂ ਹੋ ਪਾਉਂਦੇ, ਤਾਂ ਸਾਰੀ ਉਮਰ ਉਹ ਐਂਕਲ ਖਰਾਬ ਹੋ ਜਾਂਦੇ ਆ। ਇੱਦਾਂ ਹੀ ਅਸੀਂ ਦੇਖਿਆ ਕਿ ਜਿਹੜਾ ਲਿਗਾਮੈਂਟ ਇੰਜਰੀਜ਼ ਜਿਹੜੀ ਨੀ ਦੀਆਂ ਹੈਗੀਆਂ, ਨੀ ਦੀ ਲਿਗਾਮੈਂਟ ਇੰਜਰੀਜ਼ ਵਿੱਚ ਕੀ ਹੁੰਦਾ ਕਿ ਅਸੀਂ ਲਿਗਾਮੈਂਟ ਇੰਜਰੀ ਹੋਈ, ਚੱਲੀ ਗਏ, ਉਹ ਝਟਕਾ ਮਾਰਦਾ ਜੀ। ACL ਇੰਜਰੀ ਜਿਹੜੀ ਹੈਗੀ ਹੈ, ਉਹ 'ਚ ਕੀ ਹੁੰਦਾ, ਜਦੋਂ ਵੀ ਸੀੜੀਆਂ ਚੜ੍ਹਦੇ ਆ, ਉਤਰਦੇ ਆ, ਇੱਦਾਂ ਲੱਗਦਾ ਗੋਡਾ ਨਿਕਲ ਜਾਏਗਾ। ਉਹ ਐਪਰੀਹੈਂਸ਼ਨ ਸ਼ੁਰੂ ਹੋ ਜਾਂਦੀ ਹੈ ਗੋਡੇ ਦੀ ਕਿ ਕਿਤੇ ਜ਼ਿਆਦਾ ਮੈਂ ਭੱਜੂੰਗਾ ਤਾਂ ਇਹ ਮੇਰਾ ਗੋਡਾ ਨਿਕਲ ਨਾ ਜਾਏ, ਇਹ ਐਪਰੀਹੈਂਸ਼ਨ ਸ਼ੁਰੂ ਹੋ ਜਾਂਦੀ ਹੈ। ਦੂਜੀ ਕੀ ਦਿੱਕਤ ਆਉਂਦੀ ਹੈ ਕਿ ਜਿਹੜੀ ਆਪਾਂ ਗੱਲ ਕਰ ਰਹੇ ਸੀ ਆਸਟੀਓਆਰਥਰਾਈਟਿਸ, ਲਿਗਾਮੈਂਟ ਇੰਜਰੀ ਤੋਂ ਬਾਅਦ ਜਦੋਂ ਗੋਡਾ ਰਗੜ ਖਾਣ ਲੱਗ ਜਾਂਦਾ ਹੈ ਤਾਂ ਉਹ ਆਸਟੀਓਆਰਥਰਾਈਟਿਸ 'ਚ ਲੈਂਡ ਕਰਦਾ ਹੈ। ਤਾਂ ਇਹਦੇ ਵਿੱਚ ਵੀ ਮੈਂ ਇਹੀ ਕਹਾਂਗਾ ਕਿ ਜਦੋਂ ਤੁਹਾਨੂੰ ਲੱਗੇ ਕੋਈ ਨੀ 'ਚ ਐਸੀ ਕੋਈ ਦਿੱਕਤ ਆ ਰਹੀ ਹੈ, ਪੇਨ ਆ ਰਹੀ ਹੈ, ਆਪਣਾ ਸਵੈਲਿੰਗ ਆਉਂਦੀ ਹੈ ਜਾਂ ਕੋਈ ਲੌਕਿੰਗ ਵਗੈਰਾ ਹੋ ਰਹੀ ਹੈ, ਤਾਂ ਤੁਹਾਨੂੰ ਉਸੇ ਟਾਈਮ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਇਹ ਸਾਰੀ ਇੰਜਰੀਜ਼ ਮੈਨੇਜੇਬਲ ਹੈਗੀਆਂ ਤੇ ਹਰ ਚੀਜ਼ ਦਾ ਇਲਾਜ ਹੈਗਾ, ਮੇ ਬੀ ਵਿਦ ਸਰਜਰੀ ਔਰ ਵਿਦਆਊਟ ਸਰਜਰੀ, ਦੋਨੋਂ ਚੀਜ਼ਾਂ ਹੈਗੀਆਂ। ਇਹ ਨਹੀਂ ਹੈ ਕਿ ਆਪਾਂ ਸਰਜਰੀ ਹੀ ਹੈ, ਵਿਦਆਊਟ ਸਰਜਰੀਜ਼ ਵੀ ਬਹੁਤ ਚੀਜ਼ਾਂ ਪੋਸੀਬਲ ਹੈਗੇ। ਸਰ, ਸਪਾਈਨ ਇੰਜਰੀ ਦੇ ਵਿੱਚ ਕਾਈਫੋਸਿਸ ਜਿਹੜਾ ਪ੍ਰੋਟਰੂਡਿੰਗ ਬੈਕਬੋਨ ਹੈ, ਕਈਆਂ ਨੂੰ ਜਮਾਂਦਰੂ ਹੁੰਦੀ ਹੈ ਤੇ ਕਈਆਂ ਨੂੰ ਆਫਟਰ ਐਕਸੀਡੈਂਟ ਹੁੰਦੀ ਹੈ, ਇਹਦਾ ਕੋਈ ਇਲਾਜ ਹੈਗਾ? ਬਿਲਕੁਲ ਇਲਾਜ ਹੈ ਜੀ। ਜਿੱਦਾਂ ਇਹ ਜਮਾਂਦਰੂ ਹੈਗੀ ਹੈ ਕਾਈਫੋਸਿਸ, ਜਿਹਨੂੰ ਅਸੀਂ ਕੰਜਨਾਈਟਲ ਕਾਈਫੋਸਿਸ ਕਹਿੰਦੇ ਹੈਗੇ ਆ, ਕਾਈਫੋਸਿਸ ਵੀ ਹੁੰਦੀ ਹੈ। ਇੱਕ ਹੋਰ ਚੀਜ਼ ਮੈਂ ਤੁਹਾਨੂੰ ਦੱਸਦਾ, ਕੱਲੀ ਕਾਈਫੋਸਿਸ ਨਹੀਂ ਹੁੰਦੀ, ਸਕੋਲੀਓਸਿਸ ਵੀ ਹੁੰਦੀ ਹੈ। ਕਾਈਫੋਸਿਸ ਕੀ ਹੁੰਦਾ ਹੈ, ਪਿੱਠ ਪਿੱਛੇ ਨੂੰ ਨਿਕਲੀ ਹੁੰਦੀ ਹੈ ਜਾਂ ਫਰੰਟ ਨੂੰ ਨਿਕਲੀ ਹੁੰਦੀ ਹੈ, ਤੇ ਸਕੋਲੀਓਸਿਸ ਵਿੱਚ ਕੀ ਹੁੰਦਾ ਹੈ ਕਿ ਕਮਰ ਜਿਹੜੀ ਸਪਾਈਨ ਹੈਗੀ ਹੈ ਉਹ ਸਾਈਡ ਨੂੰ ਟਰਨਡ ਹੁੰਦੀ ਹੈ, ਕੋਇਲਿੰਗ ਹੋਈ ਹੁੰਦੀ ਹੈ। ਨਾਰਮਲ ਸਪਾਈਨ ਸਿੱਧੀ ਸਟ੍ਰੇਟ ਹੁੰਦੀ ਹੈ, ਸਕੋਲੀਓਸਿਸ ਤੇ ਕਾਈਫੋਸਿਸ ਵਿੱਚ ਇਹ ਮੁੜੀ ਹੋਈ ਹੁੰਦੀ ਹੈ। ਤੇ ਉਸ ਟਾਈਮ ਇਹ ਹੈ ਕਿ ਜਦੋਂ ਕਾਈਫੋਸਿਸ ਜਿਹੜੀ ਕੰਜਨਾਈਟਲ ਕਾਈਫੋਸਿਸ ਹੈ, ਜਮਾਂਦਰੂ ਹੈਗੀ ਹੈ ਜਿਹੜੀ, ਉਹਦਾ ਤਾਂ ਸਾਨੂੰ ਇਸ ਜਲਦੀ ਤੋਂ ਜਲਦੀ ਇਲਾਜ ਹੋਣਾ ਚਾਹੀਦਾ ਹੈਗਾ। ਉਹਨੂੰ ਅਸੀਂ ਇਹ ਕਹਿੰਦੇ ਹਾਂ ਕਿ ਬੱਚਾ ਜਦੋਂ 3 ਤੋਂ 4 ਸਾਲ ਦਾ ਹੋ ਜਾਂਦਾ ਹੈ, ਉਸ ਟਾਈਮ ਉਹ ਪਹਿਲਾਂ ਤਾਂ ਇਹ ਹੈ ਕਿ ਜਦੋਂ ਸਾਨੂੰ ਲੱਗੇ ਹੈਗਾ ਤਾਂ ਉਸੇ ਟਾਈਮ ਡਾਕਟਰ ਨੂੰ ਦਿਖਾਉਣਾ ਚਾਹੀਦਾ। ਬੱਚੇ ਦੀਆਂ ਹੱਡੀਆਂ ਜਦੋਂ ਡਿਵੈਲਪ ਹੋਣ ਲੱਗ ਗਈਆਂ, ਕਰਨ ਲੱਗ ਗਿਆ, ਤਾਂ 4 ਤੋਂ 5 ਸਾਲ 'ਤੇ ਲਿਜਾ ਕੇ ਸਾਨੂੰ ਉਸ ਦੀ ਉਹ ਸਰਜਰੀ ਨਾਲ ਟਰੀਟ ਹੋ ਸਕਦਾ ਹੈ। ਜਿੰਨਾ ਅਸੀਂ ਇਹਨੂੰ ਡਿਲੇ ਕਰਦੇ ਹਾਂ, ਮੇ ਬੀ ਅਸੀਂ 12-13 ਸਾਲ ਤੱਕ ਕੁਛ ਨਹੀਂ ਕੀਤਾ, ਉਸ ਤੋਂ ਬਾਅਦ ਇਹ ਸਰਜਰੀ ਡਿਫਿਕਲਟ ਹੋ ਜਾਂਦੀ ਹੈ, ਉਹ ਠੀਕ ਨਹੀਂ ਹੋ ਪਾਉਂਦਾ ਕਿਉਂਕਿ ਉਸਦੇ ਨਾਲ ਬਾਕੀ ਆਰਗਨਸ ਵੀ ਇਨਵੋਲਵ ਹੋ ਜਾਂਦੇ। ਕਾਈਫੋਸਿਸ ਕੀ ਹੁੰਦਾ, ਸਾਡੇ ਲੰਗਸ ਇਨਵੋਲਵ ਹੋਣ ਲੱਗ ਜਾਂਦੇ, ਸਾਹ ਦੀ ਦਿੱਕਤ ਆਉਣ ਲੱਗ ਜਾਂਦੀ ਹੈ, ਛਾਤੀ ਪੂਰੀ ਫੁੱਲਦੀ ਨਹੀਂ ਹੈਗੀ। ਤਾਂ ਇਸ ਲਈ ਇਹ ਜਿਹੜੀ ਸਰਜਰੀ ਹੈਗੀ ਹੈ ਕਾਈਫੋਸਿਸ, ਇਹ ਕਾਈਫੋਸਿਸ ਕੰਡੀਸ਼ਨ ਹੈਗੀ ਹੈ ਜਿਹੜੀ,
ਇਹ ਜੇ ਅਰਲੀ ਡਿਟੈਕਸ਼ਨ ਨਾਲ ਤੇ ਅਰਲੀ ਸਰਜਰੀ ਨਾਲ ਠੀਕ ਹੋ ਜਾਂਦੀ ਹੈ। ਤੇ ਜਿਹੜੀ ਆਪਾਂ ਕਾਈਫੋਸਿਸ ਲਗਾਈਏ ਕਿ ਆਪਣਾ ਇਹ ਤੋਂ ਐਕਸੀਡੈਂਟ ਤੋਂ ਬਾਅਦ ਹੋ ਜਾਂਦੀ ਹੈ, ਉਹ 'ਚ ਕੀ ਹੁੰਦਾ, ਜੋ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਜਦੋਂ ਐਕਸੀਡੈਂਟ ਹੋਇਆ, ਸਪਾਈਨ 'ਚ ਫ੍ਰੈਕਚਰ ਆਇਆ, ਅਸੀਂ ਉਹਨੂੰ ਟ੍ਰੀਟ ਨਹੀਂ ਕਰਾਇਆ, ਠੀਕ ਹੈ, ਉਹ ਹੀਲਿੰਗ ਮੈਲਯੂਨਿਨ ਚਲੀ ਜਾਂਦੀ ਹੈ ਤੇ ਉਹ ਕਾਈਫੋਸਿਸ 'ਚ ਲੈਂਡ ਕਰਦਾ ਹੈ। ਉਹਦੇ ਨਾਲ ਕਮਰ ਟੇਢੀ ਹੋਣ ਲੱਗ ਜਾਂਦੀ ਹੈ ਤੇ ਜਦੋਂ ਕਮਰ ਟੇਢੀ ਹੋਣ ਲੱਗੀ ਤਾਂ ਫਿਰ ਉਹਦਾ ਇਹੀ ਇਲਾਜ ਹੈ ਕਿ ਅਸੀਂ ਉਹਨੂੰ ਸਾਰਾ ਸਰਜਰੀ ਕਰਕੇ ਉਹਨੂੰ ਖੋਲੀਏ, ਫਿਰ ਉਹਨੂੰ ਸਿੱਧਾ ਕਰੀਏ। ਬਟ ਇਟਸ ਬੈਟਰ ਕਿ ਅਸੀਂ ਕਾਈਫੋਸਿਸ ਐਕਸੀਡੈਂਟ ਵਾਲੀ ਹੋਣ ਹੀ ਨਾ ਦੇਈਏ। ਕਈ ਵਾਰ ਬਹੁਤ ਲੇਟ ਡਿਟੈਕਟ ਹੁੰਦਾ ਸਰ। ਉਹੀ ਹੈ ਕਿ ਆਪਾਂ ਪਹਿਲਾਂ ਅਰਲੀ ਡਾਇਗਨੋਸਿਸ ਕਰਦੇ ਹੀ ਨਹੀਂ, ਦਿਖਾਉਂਦੇ ਨਹੀਂ, ਕੇਅਰਲੈਸ ਹੋ ਜਾਂਦੇ ਆ। ਮੈਂ ਗਿਰ ਕੇ ਕਮਰ 'ਚ ਦਰਦ ਹੋਇਆ ਜਾਂ ਠੀਕ ਹੋ ਜਾਏਗਾ ਮੇਰਾ, ਕੁਛ ਨਹੀਂ, ਇਹ ਥੋੜ੍ਹੀ ਦਿਨ 'ਚ ਠੀਕ ਹੋ ਜਾਣਾ, ਮੈਂ ਦਿਖਾਇਆ ਹੀ ਨਹੀਂ, ਠੀਕ ਹੈ। ਉਹ ਪਹਿਲਾਂ ਹਲਕਾ ਫ੍ਰੈਕਚਰ ਸੀਗਾ, ਮੈਂ ਚੱਲਦਾ ਗਿਆ, ਉਹਦੇ ਨਾਲ ਮੇਰਾ ਪੇਨ ਵੱਧਦਾ ਗਿਆ ਤੇ ਉਸ ਤੋਂ ਬਾਅਦ ਮੈਂ ਜਦੋਂ ਫਿਰ 6 ਮਹੀਨੇ ਬਾਅਦ ਦੇਖਿਆ, ਉਹ ਬਹੁਤ ਜ਼ਿਆਦਾ ਖਰਾਬ ਹੋ ਗਿਆ। ਇਹ ਇੱਕ ਕਾਰਨ ਹੈ ਕਿ ਲੇਟ ਡਿਟੈਕਸ਼ਨ ਵਾਲੀ। ਬਾਕੀ ਅਗਰ ਆਪਾਂ ਪਹਿਲਾਂ ਇਸ ਨੂੰ ਕੇਅਰਲੈਸ ਨਾ ਹੋ ਕੇ ਆਪਾਂ ਪਹਿਲਾਂ ਹੀ ਇਹਨੂੰ ਡਾਇਗਨੋਸ ਕਰਾਈਏ ਤਾਂ ਉਹ ਬੈਟਰ ਰਹੇ, ਤਾਂ ਫਿਰ ਉਹ ਚੀਜ਼ਾਂ ਕੰਪਲਿਕੇਸ਼ਨਸ ਨਹੀਂ ਹੁੰਦੀਆਂ। ਜਿੰਨੀ ਚੀਜ਼ ਆਪਾਂ ਖਰਾਬ ਕਰਕੇ ਡਾਕਟਰ ਦੀ ਸਲਾਹ ਲੈਣ ਜਾਵਾਂਗੇ, ਉਹਨਾਂ ਫਿਰ ਬੜਾ ਮੁਸ਼ਕਿਲ ਹੋ ਜਾਂਦਾ। ਉਹ ਫਿਰ ਡਾਕਟਰਸ ਦੇ ਵੀ ਹੱਥ ਖੜੇ ਹੋ ਜਾਂਦੇ ਆ ਕਿ ਜੀ ਹੁਣ ਕੁਝ ਨਹੀਂ ਕਰ ਸਕਦੇ, ਇਟਸ ਬੈਟਰ ਕਿ ਤੁਸੀਂ ਇੱਦਾਂ ਹੀ ਕਰੋ, ਠੀਕ ਹੈ। ਤੇ ਦੂਜਾ ਕਾਈਫੋਸਿਸ ਦਾ ਇੱਕ ਹੋਰ ਕਾਰਨ ਹੈਗਾ ਤੁਹਾਡਾ TB ਸਪਾਈਨ। ਟਿਊਬਰਕਲੋਸਿਸ ਇਨਫੈਕਸ਼ਨ ਹੈਗੀ ਹੈ ਸਪਾਈਨ 'ਚ, TB ਬਹੁਤ ਕਾਮਨ ਹੈਗੀ ਹੈ ਤੇ ਇਹਦੇ ਨਾਲ ਵੀ ਕਾਈਫੋਸਿਸ ਹੁੰਦੀ ਹੈ ਤੇ ਇਹ ਕਾਈਫੋਸਿਸ ਵੀ ਟ੍ਰੀਟੇਬਲ ਹੈਗੀ ਹੈ। ਇਹ 'ਚ TB ਦੀਆਂ ਦਵਾਈਆਂ ਚੱਲਦੀਆਂ, ਨਾਲ ਇੱਕ ਸਰਜਰੀ ਛੋਟੀ ਜਿਹੀ ਹੋ ਜਾਂਦੀ ਹੈ ਜਿਹਦੇ ਨਾਲ ਸਪਾਈਨ ਫਿਕਸੇਸ਼ਨ ਹੋ ਜਾਂਦੀ ਹੈ ਤੇ ਉਹ 'ਚ ਸਪਾਈਨ ਫਿਰ ਸਿੱਧੀ ਹੋ ਜਾਂਦੀ ਹੈ, ਕਾਈਫੋਸਿਸ 'ਚ ਜਾਂਦੀ ਨਹੀਂ। ਸਰ ਇਹ ਜਿਹੜੇ ਕਾਮਨ ਸਰਜਰੀਜ਼ ਨੇ, what are the common risks and complications? ਦੇਖੋ, ਸਭ ਤੋਂ ਵੱਡਾ ਰਿਸਕ ਜਿਹੜਾ ਆਰਥੋਪੈਡਿਕ ਸਰਜਰੀ 'ਚ ਹੈਗਾ ਦੈਟ ਇਜ਼ ਇਨਫੈਕਸ਼ਨ। ਜੀ, ਇਨਫੈਕਸ਼ਨ ਦਾ ਕੀ ਕਾਰਨ ਹੈਗਾ? ਇੱਕ ਤਾਂ ਅਸੀਂ ਅੰਦਰ ਇੰਪਲਾਂਟ ਪਾ ਰਹੇ ਹਾਂ ਜੋ ਕਿ ਇੱਕ ਬਾਹਰ ਦੀ ਚੀਜ਼ ਹੈਗੀ ਹੈ, ਠੀਕ ਹੈ। ਆਲਦੋ ਅੱਜ ਕੱਲ੍ਹ ਬਹੁਤ ਐਡਵਾਂਸਡ ਇੰਪਲਾਂਟਸ ਹੁੰਦੇ ਹੈ, ਵੀ ਹੈਵ ਟਾਈਟੇਨੀਅਮ, ਵੀ ਹੈਵ ਕੋਬਾਲਟ ਕਰੋਮੀਅਮ, ਸਾਡੇ ਕੋਲ ਇਹ ਵਧੀਆ ਦੈਟ ਆਰ ਇੰਟਰਨੈਸ਼ਨਲੀ ਟੈਸਟਡ ਇੰਪਲਾਂਟਸ ਤੇ ਉਹਦੇ ਇਹ ਚਾਂਸਿਸ ਬਹੁਤ ਘੱਟ ਹੁੰਦੇ ਆ। ਬਟ ਦੇਰ ਆਰ ਆਲਵੇਜ਼ ਚਾਂਸਿਸ ਕਿ ਇਨਫੈਕਸ਼ਨ ਹੋ ਸਕਦੀ ਹੈ। ਇਹ ਸਭ ਤੋਂ ਬੜੀ ਕੰਪਲਿਕੇਸ਼ਨ ਹੈਗੀ ਹੈ ਆਰਥੋਪੈਡਿਕ ਸਰਜਰੀਜ਼ ਦੀ। ਬਟ ਹੁਣ ਕੀ ਹੈਗਾ, ਸਾਡੇ ਕੋਲ ਮੋਰ ਐਡਵਾਂਸਮੈਂਟ ਹੈਗੀ ਹੈ, ਸਾਡੇ OTs ਸੁਪਰ ਕਲੀਨ ਹੈਗੇ ਹੈ ਤੇ ਸਾਡੇ ਕੋਲ ਐਡਵਾਂਸਡ ਇੰਸਟਰੂਮੈਂਟਸ ਹੈਗੇ ਹੈ, ਐਡਵਾਂਸਡ ਇੰਪਲਾਂਟਸ ਹੈਗੇ ਹੈ, ਤਾਂ ਰਿਸਕ ਬਹੁਤ ਮਿਨੀਮਮ ਰਹਿ ਜਾਂਦਾ ਹੈ। ਹਾਂ, ਰਿਸਕ ਓਨਾ ਹੀ ਹੈਗਾ, ਅਸੀਂ ਐਰੋਪਲੇਨ 'ਚ ਬੈਠ ਰਹੇ ਹਾਂ, ਜਿੰਨਾ ਕੁ ਉਹਦਾ ਕ੍ਰੈਸ਼ ਹੋਣ ਦਾ ਰਿਸਕ ਹੈਗਾ, ਓਨਾ ਹੀ ਰਿਸਕ ਸਾਡਾ ਇਹਦੇ 'ਚ ਇਨਫੈਕਸ਼ਨ ਦਾ ਹੈਗਾ। ਇਹ ਸਭ ਤੋਂ ਬੜੀ ਕੰਪਲਿਕੇਸ਼ਨ ਹੈਗੀ ਹੈ। ਬਾਕੀ ਅਦਰ ਕੰਪਲਿਕੇਸ਼ਨਸ ਆਰਥੋਪੈਡਿਕ ਸਰਜਰੀ 'ਚ ਇਹ ਹੁੰਦੀਆਂ ਕਿ ਤੁਹਾਡਾ ਇੰਪਲਾਂਟ ਫੇਲ ਹੋ ਜਾਂਦਾ, ਪਾਇਆ ਹੋਇਆ ਇੰਪਲਾਂਟ ਚੱਲੀ ਗਿਆ, ਠੀਕ ਹੈ, ਤੁਹਾਡਾ ਫ੍ਰੈਕਚਰ ਵੱਲੋਂ ਫ੍ਰੈਕਚਰ ਕੀਤਾ, ਚੱਲ ਗਿਆ, ਫ੍ਰੈਕਚਰ ਹਲੇ ਜੁੜਿਆ ਨਹੀਂ ਤੇ ਉਸ ਤੋਂ ਪਹਿਲਾਂ ਹੀ ਕਈ ਵਾਰ ਕੀ ਹੁੰਦਾ, ਪਲੇਟ ਟੁੱਟ ਜਾਂਦੀ ਹੈ, ਠੀਕ ਹੈ। ਉਹ ਕੰਪਲਿਕੇਸ਼ਨ ਵੀ ਹੈਗੀ ਹੈ। ਬਟ ਆਲ ਕੰਪਲਿਕੇਸ਼ਨਸ ਆਰ ਮੈਨੇਜੇਬਲ, ਕੋਈ ਐਸੀ ਚੀਜ਼ ਨਹੀਂ ਹੈਗੀ ਜਿਹੜੀ ਮੈਨੇਜੇਬਲ ਨਹੀਂ ਹੈਗੀ। ਐਂਡ ਕਦੇ ਵੀ ਇਹ ਨਹੀਂ ਹੁੰਦਾ ਕਿ ਆਰਥੋਪੈਡਿਕਸ ਕੋਈ ਵੀ ਚੀਜ਼ ਜਾਨਲੇਵਾ ਹੈਗੀ ਹੈ। ਤੇ ਉਹੀ ਮੈਂ ਦੁਬਾਰਾ ਇਹੀ ਬੋਲੂੰਗਾ, ਬਾਰ-ਬਾਰ ਬੋਲਦਾ ਕਿ ਤੁਸੀਂ ਅਰਲੀ ਡਿਟੈਕਸ਼ਨ ਇਜ਼ ਕੀ। ਤੇ ਤੁਸੀਂ ਡਿਟੈਕਸ਼ਨ ਕਿਵੇਂ ਹੋਣੀ ਹੈ, ਤੁਸੀਂ ਆਪਣੇ ਡਾਕਟਰ ਨੂੰ ਮਿਲਦੇ ਰਹੋ ਜੀ, ਤੁਸੀਂ ਸਲਾਹ ਲਓਗੇ ਤਾਂ ਹੀ ਤੁਹਾਨੂੰ ਪਤਾ ਲੱਗੇਗਾ, ਤੁਹਾਨੂੰ ਘਰ ਬੈਠੇ ਕੁਝ ਨਹੀਂ ਪਤਾ ਲੱਗਦਾ ਜੀ। ਫਿਜ਼ੀਓਥੈਰੇਪੀ ਦਾ ਕਿੰਨਾ ਵੱਡਾ ਰੋਲ ਹੈ ਸਰ? ਮੈਂ ਕਹੂੰਗਾ ਜੀ ਆਰਥੋਪੈਡਿਕਸ ਇਜ਼ ਨਥਿੰਗ ਵਿਦਆਊਟ ਫਿਜ਼ੀਓਥੈਰੇਪੀ। ਕੋਈ ਵੀ ਅਸੀਂ ਸਰਜਰੀ ਕਰਦੇ ਹਾਂ, ਫॉर ਮੀ ਇਟਸ ਨਥਿੰਗ ਅਬਾਊਟ ਵਿਦਆਊਟ ਫਿਜ਼ੀਓਥੈਰੇਪੀ। ਅਸੀਂ ਨੀ ਰਿਪਲੇਸਮੈਂਟ ਕਰਦੇ ਹਾਂ, ਅਸੀਂ ACL ਦੀ ਸਰਜਰੀ ਕਰਦੇ ਹਾਂ, ਅਸੀਂ ਫ੍ਰੈਕਚਰਸ ਦੀ ਸਰਜਰੀ ਕਰਦੇ ਹਾਂ। ਕਿਉਂ ਕਰਦੇ ਹਾਂ? ਕਿ ਅਸੀਂ ਪੇਸ਼ੈਂਟ ਨੂੰ ਚਲਾਉਣਾ ਹੈਗਾ। ਚੱਲੂਗਾ ਕਿਵੇਂ? ਜਦੋਂ ਫਿਜ਼ੀਓਥੈਰੇਪੀ ਕਰੇਗਾ। ਫਿਜ਼ੀਓਥੈਰੇਪੀ ਦਾ ਮੇਨ ਰੋਲ ਕੀ ਹੈ? ਉਹ ਮਸਲ ਸਟਰੈਂਥਨਿੰਗ ਕਰੇਗੀ, ਜੁਆਇੰਟ ਦੀ ਮੂਵਮੈਂਟ ਕਰਾਉਣਗੇ ਤੇ ਉਹਦੇ ਨਾਲ ਸਾਡੀ ਮੂਵਮੈਂਟ ਵਧੇਗੀ ਤੇ ਉਹ ਵਧੇਗੀ ਤਾਂ ਸਾਡਾ ਆਪਰੇਸ਼ਨ ਸਕਸੈਸਫੁਲ ਬੋਲਿਆ ਜਾਏਗਾ। ਜੇ ਅਸੀਂ ਆਪਰੇਸ਼ਨ ਕਰਤਾ, ਫਿਜ਼ੀਓਥੈਰੇਪੀ ਕੀਤੀ ਨਹੀਂ, ਪੇਸ਼ੈਂਟ ਨੇ ਗੋਡਾ ਬਦਲਾ ਲਿਆ ਤੇ ਉਸ ਤੋਂ ਬਾਅਦ ਉਹ ਇੱਦਾਂ ਹੀ ਪਿਆ ਰਿਹਾ, ਤਾਂ ਸਾਡਾ ਸਰਜਰੀ ਯੂਜ਼ਲੈਸ ਹੈਗੀ ਹੈ। ਫਿਜ਼ੀਓਥੈਰੇਪੀ ਮੀਨਸ ਕਿ ਐਕਸਰਸਾਈਜ਼ਸ ਕਰਨਗੇ ਪੇਸ਼ੈਂਟ, ਫਿਜ਼ੀਓਥੈਰੇਪੀ ਕਰਵਾਉਣਗੇ ਤਾਂ ਹੀ ਅੱਗੇ ਚੱਲਣਗੇ। ਤੇ ਦੂਜਾ ਫਿਜ਼ੀਓਥੈਰੇਪੀ ਦਾ ਅਸੀਂ ਬਹੁਤ ਬੜਾ ਰੋਲ ਹੈਗਾ। ਜਿਵੇਂ ਅਸੀਂ ਰੋਜ਼ ਦੇ ਦੇਖਦੇ ਹਾਂ, ਸਾਡੇ IT ਪ੍ਰੋਫੈਸ਼ਨਲਸ ਹੈਗੇ ਆ, ਅਦਰ ਪ੍ਰੋਫੈਸ਼ਨਲਸ ਹੈਗੇ ਆ ਜਿਨ੍ਹਾਂ ਦਾ ਲੌਂਗ ਸਿਟਿੰਗ ਆਰਸ ਹੈਗੇ ਆ, ਇਹਨਾਂ ਨੂੰ ਅਸੀਂ ਜਿਵੇਂ ਜਿਨ੍ਹਾਂ ਦਾ ਸਿਸਟਮ 'ਤੇ ਕੰਮ ਬਹੁਤ ਜ਼ਿਆਦਾ ਹੈ, ਜਿਵੇਂ CRI ਬੋਲਦੇ ਹਾਂ ਅਸੀਂ, ਕੰਪਿਊਟਰ ਰਿਲੇਟਡ ਇੰਜਰੀਜ਼, ਠੀਕ ਹੈ। ਉਹਦੇ 'ਚ ਸਾਡੇ ਕੀ ਹੁੰਦਾ, ਐਲਬੋ ਪੇਨਸ ਹੁੰਦੇ ਹੈ, ਸਾਡੇ ਸ਼ੋਲਡਰ ਪੇਨ ਹੁੰਦਾ ਹੈ, ਬੈਕ ਪੇਨ ਬਹੁਤ ਕਾਮਨ ਹੈਗਾ ਹੈ, ਲੋਅਰ ਬੈਕ ਪੇਨ, ਸਰਵਾਈਕਲ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਅਪਰ ਨੈਕ ਪੇਨ, ਇਹ ਕਾਮਨ ਹੈ। ਇਹਦੇ ਵਿੱਚ ਫਿਜ਼ੀਓਥੈਰੇਪੀ ਦਾ ਬਹੁਤ ਰੋਲ ਹੈ। ਫਿਜ਼ੀਓਥੈਰੇਪੀ ਨਾਲ ਅਸੀਂ ਇਹਨਾਂ ਨੂੰ ਜਿਹੜੇ ਇਹ ਵਾਲੀ ਪ੍ਰੋਬਲਮਸ ਹੈਗੀਆਂ ਪ੍ਰੋਪਰਲੀ ਸਾਰੀ ਠੀਕ ਹੋ ਜਾਂਦੀਆਂ, ਸਾਡੇ ਪੋਸਚਰ ਬੈਟਰ ਹੋ ਜਾਂਦਾ, ਜਿਹਦੇ ਕਾਰਨ ਇਹ ਚੀਜ਼ਾਂ ਆਉਂਦੀਆਂ ਹੈਗੀਆਂ ਤੇ ਅਸੀਂ ਠੀਕ ਰਹਿੰਦੇ ਹਾਂ। ਤੇ ਫਿਜ਼ੀਓਥੈਰੇਪੀ ਦਾ ਬਹੁਤ ਵੱਡਾ ਰੋਲ ਹੈਗਾ
ਸਰ ਅਖੀਰਕਾਰ ਕੁਝ ਮਿਥਸ ਨੇ ਆਰਥੋਪੈਡਿਕ ਸਰਜਰੀ ਨੂੰ ਲੈ ਕੇ, ਇੱਕ ਤਾਂ ਇੱਕ ਕਾਸਟਲੀ ਬਹੁਤ ਹੁੰਦੀ ਹੈ, ਮਿਥ ਹੈ ਜਾਂ ਟਰੂ? ਨਹੀਂ, ਦਿਸ ਇਜ਼ ਅ ਮਿਥ ਕਿ ਇਹ ਬਹੁਤ ਕਾਸਟਲੀ ਹੁੰਦੀ ਹੈ। ਦੇਖੋ, ਹਰ ਚੀਜ਼ ਦਾ ਇੱਕ ਤੁਸੀਂ ਕਹਿੰਦੇ ਹੋ ਕਾਸਟ ਹੈਗੀ ਹੈ, ਠੀਕ ਹੈ। ਜਦੋਂ ਆਪਾਂ ਚੰਗਾ ਕੰਮ ਕਰਾਉਣਾ ਹੈਗਾ ਤਾਂ ਉਹਦੇ ਲਈ ਚੰਗਾ ਸਾਨੂੰ ਇੰਪਲਾਂਟ ਪੈਣਾ, ਜਿਵੇਂ ਮੈਂ ਕਿਹਾ ਕਿ ਇਨਫੈਕਸ਼ਨਸ ਨੂੰ ਕੰਟਰੋਲ ਕਰਨਾ। ਇਨਫੈਕਸ਼ਨ ਕੰਟਰੋਲ ਲਈ ਮਲਟੀਪਲ ਰੋਲਸ ਹੈਗੇ ਆ। ਸਾਡੇ ਐਂਟੀਬਾਇਓਟਿਕ ਚੰਗੇ ਹੋਣੇ ਚਾਹੀਦੇ ਹੈ, ਸਾਡੇ ਓਟੀਜ਼ ਅੱਛੇ ਹੋਣੇ ਚਾਹੀਦੇ ਹੈ, ਸਾਡੇ ਇੰਪਲਾਂਟ ਜੋ ਅਸੀਂ ਪਾ ਰਹੇ ਹਾਂ ਉਹ ਚੰਗੇ ਹੋਣੇ ਚਾਹੀਦੇ ਹੈ। ਅਤੇ ਉਹ ਜਿਹੜੇ ਹੈਗੇ ਆ ਇੰਪਲਾਂਟ, ਇਹ ਸਾਰੀਆਂ ਚੀਜ਼ਾਂ ਦੀ ਇੱਕ ਕਾਸਟ ਹੈਗੀ ਹੈ। ਅਦਰਵਾਈਜ਼ ਇਹ ਕੋਈ ਬਹੁਤ ਫਿਰ ਵੀ ਬਹੁਤ ਜ਼ਿਆਦਾ ਕਾਸਟਲੀ ਸਰਜਰੀ ਨਹੀਂ ਹੈਗੀ। ਅਗਰ ਆਪਾਂ ਦੇਖੀਏ ਕਿ ਹਾਰਟ ਦੀ ਸਰਜਰੀਜ਼ ਉਹਨਾਂ ਨਾਲੋਂ ਤਾਂ ਬਹੁਤ ਘੱਟ ਸਰਜਰੀ ਇਹ ਕਾਸਟਲੀ ਹੈਗੀ ਹੈ। ਬਟ ਹਾਂ, ਮੈਂ ਇਹ ਕਹਾਂਗਾ ਕਿ ਦੇਖੋ ਕਾਸਟ ਹੈਗੀ ਹੈ, ਬਟ ਹਰ ਚੀਜ਼ ਦੀ ਕਾਸਟ ਹੈਗੀ ਹੈ, ਠੀਕ ਹੈ। ਇਸੇ ਲਈ ਬੈਟਰ ਇਹ ਹੈ, ਦੇਖੋ ਕਿ ਜਿਨ੍ਹਾਂ ਦੀ ਤਾਂ ਕੋਈ ਇੰਪੈਨਲਮੈਂਟਸ ਹੁੰਦੀ ਹੈ, ਕੋਈ ਗਵਰਨਮੈਂਟ ਇੰਪਲਾਈਜ਼ ਹੈਗੇ ਆ, ਉਹਨਾਂ ਨੂੰ ਗਵਰਨਮੈਂਟ ਦਾ ਹੈ, ਜੋ ਆਯੁਸ਼ਮਾਨ ਅੰਡਰ ਕਵਰਡ ਹੈ ਉਹ ਆਯੁਸ਼ਮਾਨ ਦਾ ਹੈ। ਕੁਝ ਜਿਹੜੇ ਸਾਡੇ ਹੈਗੇ ਆ ਉਹਨਾਂ ਕਿਸੇ ਚੀਜ਼ ਕਵਰਡ ਨਹੀਂ ਆਉਂਦੇ, ਉਹਨਾਂ ਲਈ ਮੈਂ ਇਹ ਕਹਾਂਗਾ, ਕਿਉਂਕਿ ਹਰ ਚੀਜ਼ ਦੇਖੋ ਜਿਹੜੀ ਸਿਹਤ ਹੈਗੀ ਹੈ, ਸਿਹਤ ਹੀ ਸਭ ਤੋਂ ਜ਼ਰੂਰੀ ਹੈ ਅਤੇ ਇਹ ਸਿਹਤ ਕਦੋਂ ਖਰਾਬ ਹੋ ਜਾਏ ਸਾਨੂੰ ਪਤਾ ਨਹੀਂ, ਅਤੇ ਉਹ 'ਚ ਕਾਸਟ ਵੀ ਹੈਗੀ ਹੈ, ਸਭ ਕੁਛ ਹੈ। ਅਸੀਂ ਪਿੱਛੇ ਕਰੋਨਾ ਦਾ ਪੀਰੀਅਡ ਦੇਖਿਆ ਹੈਗਾ, ਉਹਦੇ 'ਚ ਵੀ ਦੇਖਿਆ ਸਾਨੂੰ ਇੱਕਦਮ ਜ਼ਰੂਰਤ ਪੈ ਜਾਂਦੀ ਹੈ, ਲੱਖਾਂ ਦਾ ਬਿੱਲ ਆਇਆ ਹੈਗਾ, ਅਤੇ ਉਹਨੂੰ ਬਚਾਉਣ ਲਈ ਇਹ ਹੈ ਕਿ ਹਰ ਇੱਕ ਬੰਦੇ ਨੂੰ ਆਪਣਾ ਥੋੜ੍ਹਾ ਜਿਹਾ ਸਪੇਅਰ ਕਰਕੇ ਇੱਕ ਹੈਲਥ ਇੰਸ਼ੋਰੈਂਸ ਜ਼ਰੂਰ ਲੈਣੀ ਚਾਹੀਦੀ ਹੈ, ਤਾਂ ਕਿ ਜਦੋਂ ਵੀ ਜ਼ਰੂਰਤ ਪਏ ਸਾਡੇ ਹੱਥ 'ਚ ਕੁਛ ਹੋਏ ਅਤੇ ਅਸੀਂ ਆਪਣਾ ਚੰਗਾ ਇਲਾਜ ਕਰਾ ਪਾਈਏ। ਸਰ ਇੱਕ ਇਹ ਵੀ ਹੈ ਕਿ ਯੰਗਸਟਰਸ ਨੂੰ ਲੋੜ ਨਹੀਂ ਪੈਂਦੀ ਹੈ ਜੁਆਇੰਟ ਰਿਪਲੇਸਮੈਂਟ ਦੀ? ਜੁਆਇੰਟ ਰਿਪਲੇਸਮੈਂਟ ਦੀ ਯੰਗਸਟਰਸ ਨੂੰ ਜ਼ਰੂਰਤ ਨਹੀਂ ਪੈਂਦੀ, ਇਹ ਟਰੂ ਹੈ। ਕਿਉਂਕਿ ਜੁਆਇੰਟ ਰਿਪਲੇਸਮੈਂਟ ਇਜ਼ ਯੂਜੂਅਲੀ ਜਿਹੜਾ ਹੈਗਾ ਉਹ ਆਸਟੀਓਆਰਥਰਾਈਟਿਸ ਹੁੰਦੀ ਹੈ, ਔਰ ਆਸਟੀਓਆਰਥਰਾਈਟਿਸ ਜਿਹੜੀ ਹੈਗੀ ਹੈ ਇਹ ਓਲਡ ਏਜ ਪ੍ਰੋਬਲਮ ਹੀ ਹੈਗੀ ਹੈ। ਯੰਗਸਟਰਸ ਯੈਸ, ਹਾਂ, ਅਗਰ ਕਿਸੇ ਨੂੰ ਬਹੁਤ ਅਰਲੀ ਟਰਾਮਾ ਹੋ ਗਿਆ, ਗੋਡਾ ਬਿਲਕੁਲ ਖਰਾਬ ਹੋ ਗਿਆ, ਸਾਡੇ ਕੋਲ ਕੋਈ ਹੋਰ ਚਾਰਾ ਹੀ ਨਹੀਂ ਹੈਗਾ, ਉਦੋਂ ਜ਼ਰੂਰਤ ਪੈਂਦੀ ਹੈ। ਅਦਰਵਾਈਜ਼ ਯੰਗਸਟਰਸ ਨੂੰ ਇਹਦੀ ਨੀ ਰਿਪਲੇਸਮੈਂਟ ਸਰਜਰੀ ਦੀ ਜ਼ਰੂਰਤ ਨਹੀਂ ਪੈਂਦੀ। ਯੰਗਸਟਰ 'ਚ ਮੋਸਟ ਕਾਮਨ ਜਿਹੜੀ ਹੈਗੀਆਂ ਸਾਡੀਆਂ ਟਰਾਮਾ ਸਰਜਰੀਜ਼ ਹੈਗੀਆਂ, ਕਿਉਂਕਿ ਯੰਗਸਟਰ ਸਾਡੇ ਜ਼ਿਆਦਾ ਐਕਟਿਵ ਹੈਗੇ ਹੈ, ਕੋਈ ਬਾਈਕ 'ਤੇ ਐਕਸੀਡੈਂਟਸ ਹੁੰਦੇ ਹੈ ਅਤੇ ਕੋਈ ਕਾਰ 'ਚ ਐਕਸੀਡੈਂਟ ਹੋਇਆ, ਉਹਨਾਂ ਨੂੰ ਆਰਥੋਪੈਡਿਕ ਸਰਜਰੀਜ਼ ਦੀ ਜ਼ਰੂਰਤ ਪੈਂਦੀ ਹੈ। ਦੂਸਰਾ ਸਾਡੇ ਪਲੇਅਰਸ ਹੈਗੇ ਹੈ, ਰੋਜ਼ ਅਸੀਂ ਦੇਖਦੇ ਹਾਂ ਸਾਡੇ ਜਿਹੜੇ ਪਲੇਅਰਸ ਹੈਗੇ ਆ, ਕੋਈ ਨਾ ਕੋਈ ਜਾਂ ਤਾਂ ਕਿਸੇ ਨੂੰ ਮੋਢੇ ਦੀ ਇੰਜਰੀ ਹੋ ਗਈ ਜਾਂ ਗੋਡੇ ਦੀ ਇੰਜਰੀ ਹੋ ਗਈ, ਉਹ ਯੰਗਸ ਹੈਗੇ ਸਾਡੇ। ਉਹ ਸਾਡੇ ਜਿਹੜੇ 15+ ਪੇਸ਼ੈਂਟਸ ਹੈਗੇ ਆ, 15 years ਪਲੱਸ, ਉਹ ਸਾਡੇ 15 ਸਾਲ ਤੋਂ ਲੈ ਕੇ 35 ਸਾਲ ਤੱਕ ਦੇ ਹੈਗੇ ਆ, ਅਤੇ ਉਹ ਯੰਗ ਪੇਸ਼ੈਂਟਸ ਜਿਹੜਾ ਤੁਹਾਨੂੰ ਦੂਰਬੀਨ ਨਾਲ ਸਰਜਰੀ ਹੁੰਦੀ ਹੈ, ACL ਦੀ ਸਰਜਰੀ ਹੁੰਦੀ ਹੈ, ਮੋਢੇ ਦੀ ਸਰਜਰੀ ਹੁੰਦੀ ਹੈ, ਇਹ ਸਾਰੀਆਂ ਯੰਗ ਪੇਸ਼ੈਂਟਸ ਵਿੱਚ ਹੁੰਦੀਆਂ। ਇੱਕ ਆਖਰੀ ਇਹ ਹੈ ਕਿ ਟ੍ਰੀਟਮੈਂਟ ਜਾਂ ਸਰਜਰੀ ਤੋਂ ਬਾਅਦ ਯੂ ਵੋਂਟ ਬੀ ਏਬਲ ਟੂ ਗੈਟ ਬੈਕ ਟੂ ਨੋਰਮਲ ਲਾਈਫ ਜਾਂ ਸਪੋਰਟਸ ਐਕਟੀਵਿਟੀਜ਼ ਦੇ ਵਿੱਚ ਇੰਡਲਜ ਨਹੀਂ ਹੋ ਸਕਦੇ? ਨਹੀਂ, ਇਹ ਦਿਸ ਇਜ਼ ਅ ਮਿਥ। ਇਹਦੇ ਬਾਅਦ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਫਿਜ਼ੀਓਥੈਰੇਪੀ ਦਾ ਬਹੁਤ ਬੜਾ ਰੋਲ ਹੈ, ਔਰ ਅਸੀਂ ਸਰਜਰੀ ਇਹੀ ਕਿਸੇ ਚੀਜ਼ ਲਈ ਕਰ ਰਹੇ ਹਾਂ ਕਿ ਵੀ ਵਾਂਟ ਆਵਰ ਪੇਸ਼ੈਂਟ ਬੈਕ ਟੂ ਨਾਰਮਲ ਲਾਈਫ, ਕਿ ਅਸੀਂ ਉਹਨੂੰ ਨਾਰਮਲ ਲਾਈਫ 'ਚ ਲੈ ਕੇ ਜਾਣਾ ਚਾਹੁੰਦੇ ਹਾਂ। ਅਗਰ ਅਸੀਂ ਦੇਖੀਏ ਜਿਹੜੇ ਆਹ ਲਿਗਾਮੈਂਟ ਇੰਜਰੀਜ਼ ਹੁੰਦੀਆਂ, ਅਸੀਂ 2 ਮਹੀਨੇ ਦੇ ਅੰਦਰ ਪੇਸ਼ੈਂਟ ਨੂੰ ਜਾਂ ਪਲੇਅਰ ਨੂੰ ਫੀਲਡ ਵਿੱਚ ਲੈ ਆਉਂਦੇ ਹਾਂ। ਇੱਦਾਂ ਹੀ ਅਸੀਂ ਜਿਹੜੇ ਨੀ ਰਿਪਲੇਸਮੈਂਟ ਪੇਸ਼ੈਂਟ ਹੈਗੇ ਹੈ, ਉਹ ਆਪਣਾ ਘਰ ਦਾ ਕੰਮ ਤਕਰੀਬਨ 1 ਮਹੀਨੇ ਦੇ ਅੰਦਰ, ਬਾਹਰ ਵਾਕਿੰਗ ਵਗੈਰਾ ਸਾਰਾ ਕੁਝ 2 ਮਹੀਨੇ ਦੇ ਅੰਦਰ, ਅਤੇ ਸਾਰਾ ਕੁਝ ਰੂਟੀਨਲੀ ਜੋ ਪਹਿਲਾਂ ਯੰਗ ਏਜ ਕਰਦੇ ਸੀ ਉਹ ਸਾਰਾ ਕੁਝ 3 ਮਹੀਨੇ ਦੇ ਅੰਦਰ ਕਰਨਾ ਸ਼ੁਰੂ ਕਰ ਦਿੰਦੇ ਆ। ਇਸ ਲਈ ਇੱਕ ਬਿਲਕੁਲ ਨਹੀਂ ਹੈ ਕਿ ਨਾਰਮਲ ਲਾਈਫ 'ਚ ਨਹੀਂ ਹੈ, ਕਿਉਂਕਿ ਕੁਝ ਐਸਾ ਹੈ ਹੀ ਨਹੀਂ ਕਿ ਨਾਰਮਲ ਲਾਈਫ 'ਚ ਨਾ ਆਉਣ। ਜੀ, ਸੋ ਥੈਂਕ ਯੂ ਸੋ ਮਚ ਫॉर योर व्यूज़ ਸਰ, ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਆਈ ਰੀਅਲੀ ਵਿਸ਼ ਕਿ ਸਾਰਿਆਂ ਦੇ ਡਾਊਟਸ ਜ਼ਰੂਰ ਕਲੀਅਰ ਹੋਏ। ਥੈਂਕ ਯੂ। ਸੋ ਇਹ ਸੀ ਜੀ ਸਾਡੀ ਅੱਜ ਦੀ ਮੁਲਾਕਾਤ। ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ, ਡਿਸਕਸ ਕਰਾਂਗੇ ਨਵੇਂ ਹੈਲਥ ਹੈਜਟ ਨੂੰ। ਉਦੋਂ ਤੱਕ ਜੁੜੇ ਰਹੋ ਸਾਡੇ ਚੈਨਲ ਦੇ ਨਾਲ। ਸਤਿ ਸ਼੍ਰੀ ਅਕਾਲ।